ਆਰ ਕੇ ਨਾਰਾਇਣ ਦੁਆਰਾ ਨਾ ਕੁਝ ਕੁ ਸਟੋਰੀਜ਼ ਲਿਖੀਆਂ ਗਈਆਂ ਸੀਗੀਆਂ ਹੈ ਨਾ। ਉਹਨਾਂ ਦੇ ਵਿੱਚੋਂ ਪਹਿਲਾਂ ਤਾਂ ਇਹਨਾਂ 'ਚ ਸਟੋਰੀਜ਼ ਜ਼ਿਆਦਾ ਦੱਸੀਆਂ ਨਹੀਂ ਹੋਈਆਂ, ਵੈਸੇ ਤਾਂ ਉਹ 34 ਸਟੋਰੀ ਸੀਗੀਆਂ, 32 ਕਿ 34 ਸੀਗੀਆਂ, ਇੰਨਾ ਕੁ ਉਹਨਾਂ ਨੇ ਸਾਰੀਆਂ ਸਟੋਰੀਜ਼ ਨਹੀਂ ਦੱਸੀਆਂ ਹੋਈਆਂ, ਬਸ ਉਹਦਾ ਨਾ ਬੁੱਕ ਦੇ ਵਿੱਚ ਥੋੜ੍ਹਾ ਥੋੜ੍ਹਾ ਦੱਸਿਆ ਹੋਇਆ ਵਾ। ਆਪਾਂ ਕੀ ਕਰਦੇ ਬੁੱਕ 'ਚੋਂ ਪੜ੍ਹ ਲੈਂਦੇ ਹਾਂ, ਠੀਕ ਹੈ, ਜਿੰਨਾ ਵੀ ਦਿੱਤਾ ਹੋਇਆ ਵਾ। ਫਿਰ ਉਹ ਜਿਹੜੇ ਤੁਹਾਨੂੰ ਆਹ ਨੋਟਸ ਦੇ ਵਿੱਚ ਕੁਐਸਚਨ ਆਨਸਰ ਨੇ ਉਹ ਪਤਾ ਲੱਗ ਜਾਂਦਾ ਵੀ ਤੁਹਾਡੇ ਕੋਲ ਬੁੱਕਸ ਹੈ ਨਹੀਂ ਗਿਆ, ਉਹਦੇ ਕਰਕੇ ਇਹਦੇ ਤੋਂ ਦੇਖ, ਠੀਕ ਹੈ। ਇਹ ਯੂਟਿਊਬ 'ਤੇ ਪਿਆ ਹੋਊਗਾ, ਜੋ ਤੋਂ ਦੇਖਣਾ ਹੋਇਆ ਤਾਂ ਦੇਖ ਲਿਓ। ਇਹ ਤੋਂ ਪਹਿਲਾਂ ਸਟਾਰਟ ਕਰਦਾ ਪਹਿਲੀ ਸਟੋਰੀ ਦੇ ਵਿੱਚ ਕੀ ਹੋਇਆ ਸੀਗਾ ਮੇਨਲੀ ਨਾ। ਇਹਦੇ ਵਿੱਚ ਕੀ ਆ ਸਟੋਰੀਜ਼ ਦੇ ਵਿੱਚ ਇੱਕ ਨਾ ਇਹ ਸਵਾਮੀ ਨਾਮ ਦਾ ਜਵਾਕ ਜਿਹਾ ਹੁੰਦਾ ਵਾ, ਠੀਕ ਹੈ। ਉਹ ਇੱਕ ਪਿੰਡ ਹੁੰਦਾ ਵਾ, ਹੁਣ ਇਹਦਾ ਨਾਮ ਜਿਹੜਾ ਸਟੋਰੀ ਦਾ ਰੱਖਿਆ ਉਹ ਲਿਖਿਆ ਮਾਲਗੁਡੀ। ਮਾਲਗੁਡੀ ਉਹ ਜਿਹੜਾ ਪਿੰਡ ਆ ਉਹਦਾ ਨਾਮ ਹੁੰਦਾ, ਠੀਕ ਹੈ। ਉਹ ਪਿੰਡ ਦੇ ਨਾਮ 'ਤੇ ਸਾਰੀ 32 ਜਾਂ 32 ਸਟੋਰੀਜ਼ ਬਣਾਤੀਆਂ। 32 ਸਟੋਰੀਜ਼ ਦੇ ਵਿੱਚ ਜਿਵੇਂ ਕਿ ਉੱਥੇ ਉਹ ਬੰਦਾ ਇੱਕ ਵਾਰੀ ਬ੍ਰਾਹਮਣ ਦਾ ਕਰੈਕਟਰ ਲੈ ਲੈਂਦਾ, ਕਦੇ ਪੋਸਟਮੈਨ ਦਾ ਕਰੈਕਟਰ ਲੈ ਲੈਂਦਾ, ਠੀਕ ਹੈ। ਐਵੇਂ ਆਪਣੇ ਆਪਣੇ ਕਰੈਕਟਰ ਚੇਂਜ ਕਰਦਾ ਰਹਿੰਦਾ ਅਤੇ ਉਸ ਲਾਈਫ ਬਾਰੇ ਜਿਹੜੀ ਵਿਲੇਜ ਦੀ ਆਪਣੀ ਲਾਈਫ ਹੁੰਦੀ ਆ ਉਹਨੂੰ ਡਿਸਕ੍ਰਾਈਬ ਕਰਦਾ ਵਾ ਆਹ 32 ਸਟੋਰੀਜ਼ ਦੇ ਵਿੱਚ, ਠੀਕ ਹੈ। ਉਹਦੇ ਵਿੱਚੋਂ ਕੁਝ ਕੁ ਸਟੋਰੀਜ਼ ਉਹਨੇ ਦੱਸੀਆਂ ਹੋਈਆਂ ਨੇ, ਉਹ ਆਪਾਂ ਪੜ੍ਹ ਲੈਂਦੇ ਹਾਂ ਜੋ ਕਿ ਤੁਹਾਨੂੰ ਸਿਲੇਬਸ ਆ, ਠੀਕ ਹੈ। ਪਹਿਲੀ ਦੇ ਵਿੱਚ ਕੀ ਆ ਉਹ ਤੁਹਾਨੂੰ ਮੈਂ ਸ਼ੋਰਟਲੀ ਦੱਸ ਦੇਣਾ। ਪਹਿਲੀ 'ਚ ਸੀਗਾ ਵੀ ਇੱਕ ਨਾ ਉਹਨਾਂ ਦੇ ਉੱਥੇ ਹੁੰਦਾ ਵਾ, ਹਾਂ ਇਹ ਹੋ ਗਿਆ ਚੋ ਪੜ੍ਹ ਹੀ ਲੱਗੇ। ਆ ਜਾਓ, ਸਵਾਮੀ ਇਜ਼ ਇੱਧਰ ਦੇਖ ਲਓ ਤੁਹਾਡੇ ਬੁੱਕ 'ਚ ਨੋਟਸ 'ਚ ਕਿਤੇ ਨਹੀਂ ਹੈਗਾ, ਠੀਕ ਹੈ। ਸਵਾਮੀ ਇਜ਼ ਅ ਸਮਾਲ ਚਾਈਲਡ ਇਨ ਮਾਲਗੁਡੀ ਲਿਵਿੰਗ ਵਿਦ ਹਿਜ਼ ਫੈਮਲੀ ਐਂਡ ਗ੍ਰੈਂਡਮਦਰ। ਉਹ ਕਹਿੰਦੇ ਵੀ ਸਵਾਮੀ ਇੱਕ ਛੋਟਾ ਜਵਾਕ ਹੁੰਦਾ ਵਾ ਜਿਹੜਾ ਕਿ ਮਾਲਗੁਡੀ ਦੇ ਵਿੱਚ ਰਹਿੰਦਾ ਹੁੰਦਾ ਵਾ ਆਪਣੀ ਫੈਮਿਲੀ ਦੇ ਨਾਲ ਅਤੇ ਆਪਣੀ ਗ੍ਰੈਂਡਮਦਰ ਦੇ ਨਾਲ, ਦਾਦੀ ਮਾਂ ਦੇ ਨਾਲ। ਵੰਸ ਵਾਈਲ ਰੀਡਿੰਗ ਅ ਨਿਊਜ਼ਪੇਪਰ ਹਿਜ਼ ਫਾਦਰ ਰੀਡਸ ਐਨ ਆਰਟੀਕਲ ਅਬਾਊਟ ਬਰੇਵਰੀ ਬਾਈ ਐਨ 8-year-old ਬਾਏ। ਹੁਣ ਉਹ ਕਹਿੰਦੇ ਇੱਕ ਵਾਰ ਨਾ ਉਹਦੇ ਪਿਤਾ ਜੀ ਕੋਈ ਆਰਟੀਕਲ ਪੜ੍ਹ ਰਹੇ ਸੀਗੇ, ਉੱਥੇ ਉਹਨਾਂ ਨੇ ਇੱਕ ਜਵਾਕ 8 ਸਾਲ ਦੇ ਜਵਾਕ ਦੇ ਬਰੇਵਰੀ ਦੀ ਕਹਾਣੀ ਪੜ੍ਹੀ ਐਂਡ ਫੀਲਸ ਦੈਟ ਸਵਾਮੀ ਸ਼ੁੱਡ ਡੂ ਸਮਥਿੰਗ ਲਾਈਕ ਦੈਟ। ਹੁਣ ਉਹਨਾਂ ਨੂੰ ਲੱਗਿਆ ਵੀ ਸਵਾਮੀ ਨੂੰ ਵੀ ਕੁਛ ਇਹੋ ਜਿਹਾ ਹੀ ਕਰਨਾ ਚਾਹੀਦਾ ਜਿਹੋ ਜਿਹਾ ਉਹ 8 ਸਾਲ ਦੇ ਇੱਕ ਛੋਟੇ ਜਵਾਕ ਨੇ ਕੀਤਾ ਸੀਗਾ। ਸਵਾਮੀ ਹੈਜ਼ ਅ ਹੈਬਿਟ ਆਫ ਸਲੀਪਿੰਗ ਵਿਦ ਹਿਜ਼ ਗ੍ਰੈਂਡਮਦਰ। ਉਹ ਸਵਾਮੀ ਨੂੰ ਇੱਕ ਆਦਤ ਸੀਗੀ ਵੀ ਉਹ ਆਪਣੇ ਗ੍ਰੈਂਡਮਦਰ ਦੇ ਨਾਲ ਸੌਂਦਾ ਹੁੰਦਾ ਸੀਗਾ। ਸਭ ਨੂੰ ਵਿਜ਼ੀਬਲ ਹੈਗਾ। ਆਫਟਰ ਲਿਸਨਿੰਗ ਅ ਸਟੋਰੀ ਟੋਲਡ ਬਾਈ ਹਰ, ਆਫਟਰ Swami has a habit of the irritated grandmother after listening a story told by her। ਠੀਕ ਹੈ। ਹੁਣ ਉਹ ਕਹਿੰਦੇ ਵੀ ਸਵਾਮੀ ਨੂੰ ਹੈਬਿਟ ਸੀਗੀ ਗ੍ਰੈਂਡਮਦਰ ਦੇ ਨਾਲ ਸੌਣ ਦੀ। ਆਫਟਰ ਲਿਸਨਿੰਗ ਹੁਣ ਕੋਈ ਉਹਨਾਂ ਨੇ ਸਟੋਰੀ ਸੁਣਾਈ ਹੋਣੀ ਉਹਨਾਂ ਦੇ ਗ੍ਰੈਂਡਮਦਰ ਨੇ, ਠੀਕ ਹੈ। ਉਹ ਤੋਂ ਬਾਅਦ ਉਹਨਾਂ ਦੇ ਨਾਲ ਸੌਣ ਲੱਗ ਗਿਆ। ਦਿਸ ਇਰੀਟੇਟ ਸਵਾਮੀਜ਼ ਫਾਦਰ। ਹੁਣ ਉਹ ਸਵਾਮੀ ਦੇ ਫਾਦਰ ਨੂੰ ਇਹ ਚੀਜ਼ ਖਟਕਦੀ ਸੀਗੀ ਵੀ ਉਹ ਬੜਾ ਨਹੀਂ ਹੋ ਰਿਹਾ, ਇਨ ਦਾ ਸੈਂਸ ਵੀ ਹਜੇ ਵੀ ਆਪਣੀ ਦਾਦੀ ਮਾਂ ਦੇ ਨਾਲ ਸੋ ਰਿਹਾ ਵਾ, ਵੀ ਇੱਕ 8 ਸਾਲ ਦਾ ਜਵਾਕ ਕਹਿੰਦਾ ਬਰੇਵਰੀ ਦਾ ਕੰਮ ਕਰ ਸਕਦਾ, ਵੀ ਇਹ ਹਜੇ ਵੀ ਆਪਣੀ ਨਾਨੀ ਮਾਂ ਦੇ ਨਾਲ ਜੋੜ ਰਿਹਾ ਵਾ, ਦਾਦੀ ਮਾਂ ਦੇ ਨਾਲ ਸੋ ਰਿਹਾ ਵਾ। ਸਵਾਮੀਜ਼ ਫਾਦਰ ਦੈਨ ਚੈਲੰਜਿਸ ਔਰ ਰੈਦਰ ਫੋਰਸਿਸ ਹਿਮ ਟੂ ਸਲੀਪ ਇਨ ਹਿਸ ਆਫਿਸ। ਹੁਣ ਉਹ ਕਹਿੰਦੇ ਵੀ ਸਵਾਮੀ ਜਿਹੜੇ ਫਾਦਰ ਹੁੰਦੇ ਨੇ ਉਹਨੂੰ ਚੈਲੰਜ ਕਰਦੇ ਨੇ ਵੀ ਜਾ ਅੱਜ ਮੇਰੇ ਆਫਿਸ 'ਚ ਜਾ ਕੇ ਸੋ। ਵੈਨ ਸਵਾਮੀ ਟੈਲਸ ਹਿਸ ਫਰੈਂਡਸ ਆਫ ਦਾ ਆਡੀਅੰਸ ਹਿਸ ਫਰੈਂਡਸ ਵਾਰਨ ਹਿਮ ਅਬਾਊਟ ਅ ਗੋਸਟ ਲਿਵਿੰਗ ਨੀਅਰ ਦਾ ਆਫਿਸ। ਹੁਣ ਉਹ ਕਹਿੰਦੇ ਵੀ ਜਿਹੜੇ ਸਵਾਮੀ ਆਪਣੇ ਦੋਸਤਾਂ ਨੂੰ ਦੱਸਦਾ ਵਾ ਵੀ ਮੈਂ ਜਾ ਕੇ ਅੱਜ ਆਪਣੇ ਆਫਿਸ ਦੇ ਵਿੱਚ ਸੋਨਾ ਫਾਦਰ ਦੇ, ਤਾਂ ਉਹਦੇ ਜਿਹੜੇ ਦੋਸਤ ਹੁੰਦੇ ਨੇ ਉਹਨੂੰ ਇਹ ਕਰਕੇ ਡਰਾਉਂਦੇ ਨੇ ਵੀ ਉੱਥੇ ਤਾਂ ਭੂਤ ਹੁੰਦੇ ਨੇ, ਭਰਾਵਾ ਤੂੰ ਕਿੱਥੇ ਚੱਲਣਾ। ਵੈਨ ਸਵਾਮੀ ਸਲੀਪਸ ਇਨ ਹਿਸ ਫਾਦਰ ਆਫਿਸ। ਹੁਣ ਉਹ ਕਹਿੰਦੇ ਵੀ ਚਲੋ ਸਵਾਮੀ ਚੱਲ ਜਾਂਦਾ ਵਾ ਆਪਣੇ ਫਾਦਰ ਦੇ ਆਫਿਸ ਦੇ ਵਿੱਚ ਸੌਣ ਦੇ ਲਈ। ਹੀ ਹੈਜ਼ ਅ ਨਾਈਟਮੇਅਰ। ਨਾਈਟਮੇਅਰ ਹੁੰਦਾ ਵੀ ਆਪਾਂ ਨੂੰ ਡਰਾਵਨਾ ਸੁਪਨਾ ਨਹੀਂ ਹੁੰਦਾ, ਉਹਨੂੰ ਆਪਾਂ ਨਾਈਟਮੇਅਰ ਕਹਿੰਦੇ ਹੁੰਦੇ ਆ ਵੀ ਉਹਨੂੰ ਇੱਕ ਡਰਾਵਨਾ ਸੁਪਨਾ ਆਇਆ ਅਬਾਊਟ ਦਾ ਗੋਸਟ, ਭੂਤ ਦੇ ਬਾਰੇ। ਐਂਡ ਵੇਕਸ ਅਪ ਵਿਦ ਦ ਸਟਾਰਟ। ਹੁਣ ਉਹ ਕਹਿੰਦੇ ਵੀ ਹੁਣ ਜਿਵੇਂ ਉਹ ਸੁਪਨਾ ਆਉਣਾ ਸਟਾਰਟ ਹੁੰਦਾ ਵਾ ਉਵੇਂ ਉਹ ਜਾਗ ਜਾਂਦਾ ਵਾ। ਐਟ ਦਾ ਸੇਮ ਟਾਈਮ ਉਸੇ ਟਾਈਮ ਸਵਾਮੀ ਸਪੋਰਟਸ ਐਂਡ ਇੰਟਰਡਰ। ਇੰਟਰਡਰ ਹੁੰਦਾ ਵਾ ਘੁਸਪੈਠੀਆ, ਠੀਕ ਹੈ। ਸਵਾਮੀ ਸਪੋਰਟ ਕਰਦਾ ਵਾ ਵੀ ਕੋਈ ਘੁਸਪੈਠੀਆ ਬ੍ਰੇਕਿੰਗ ਇਨਟੂ ਦਾ ਆਫਿਸ, ਵੀ ਆਫਿਸ 'ਚ ਆਉਣ ਦੀ ਕੋਸ਼ਿਸ਼ ਕਰ ਰਿਹਾ ਵਾ, ਮਿਸਟੇਕਿੰਗ ਹਿਮ ਫੋਰ ਦਾ ਗੋਸਟ। ਹੁਣ ਉਹ ਕਹਿੰਦਾ ਵੀ ਜਿਹੜਾ ਉਹ ਘੁਸਪੈਠੀਆ ਹੁੰਦਾ ਵਾ ਉਹਨੂੰ ਪਹਿਲਾਂ ਤਾਂ ਉਹ ਭੂਤ ਸਮਝ ਲੈਂਦਾ ਵਾ। ਸਵਾਮੀ ਗ੍ਰੈਬਸ ਦਾ ਇੰਟਰਡਰ ਲੈਗ ਐਂਡ ਯੈਲਸ ਫੋਰ ਹੈਲਪ। ਹੁਣ ਉਹ ਕਹਿੰਦੇ ਵੀ ਉਹਦੇ ਪੈਰਾਂ 'ਚ ਪੈ ਜਾਂਦਾ ਵਾ, ਠੀਕ ਹੈ, ਅਤੇ ਚਲਾਉਣ ਲੱਗ ਜਾਂਦਾ ਮਦਦ ਮਦਦ। ਦਾ ਰੈਸਟ ਆਫ ਦਾ ਵਿਲੇਜਰਸ ਰਸ਼ ਇਨਸਾਈਡ ਦਾ ਆਫਿਸ। ਹੁਣ ਉਹ ਕਹਿੰਦੇ ਵੀ ਜੇ ਬਾਕੀ ਪਿੰਡ ਵਾਲੇ ਹੁੰਦੇ ਨੇ ਉਹ ਆਫਿਸ ਦੇ ਵਿੱਚ ਆਉਂਦੇ ਨੇ ਐਂਡ ਕੈਚ ਦਾ ਇੰਟਰਡਰ, ਜਿਹੜਾ ਘੁਸਪੈਠੀਆ ਹੁੰਦਾ ਵਾ ਉਹਨੂੰ ਫੜ ਲੈਂਦੇ ਨੇ। ਦਾ ਪੁਲਿਸ ਟੈਲ ਸਵਾਮੀ ਦੈਟ ਦਾ ਇੰਟਰਡਰ ਵਾਜ਼ ਅ ਥੀਫ ਵਾਂਟਡ ਬਾਈ ਦਾ ਪੁਲਿਸ। ਹੁਣ ਉਹ ਕਹਿੰਦੇ ਵੀ ਪੁਲਿਸ ਸਵਾਮੀ ਨੂੰ ਦੱਸਦੀ ਆ ਵੀ ਇਹ ਤਾਂ ਚੋਰ ਆ ਜਿਹਨੂੰ ਪੁਲਿਸ ਕਾਫੀ ਸਮੇਂ ਦੇ ਉੱਤੇ ਭਾਲ ਰਹੀ ਹੈ ਐਂਡ ਕੰਗ੍ਰੈਚੁਲੇਟਡ ਹਿਮ, ਵੀ ਉਹਨੂੰ ਵਧਾਈਆਂ ਦਿੰਦੇ ਨੇ ਐਡੇ ਵੱਡੇ ਚੋਰ ਨੂੰ ਫੜ ਲਿਆ ਤੂੰ। ਦਾ ਇੰਸੀਡੈਂਟ ਇਜ਼ ਪਬਲਿਸ਼ ਇਨ ਦਾ ਮਾਲਗੁਡੀ ਟਾਈਮਸ। ਹੁਣ ਉਹ ਕਹਿੰਦੇ ਵੀ ਜੇ ਪਿੰਡ ਦਾ ਕੋਈ ਨਿਊਜ਼ਪੇਪਰ ਹੋਊਗਾ ਉਹਦੇ ਵਿੱਚ ਆਹ ਨਿਊਜ਼ ਆਈ ਸੀਗੀ, ਬਟ ਸਟਿਲ ਸਵਾਮੀ ਸੋ ਸਕੇਅਰਡ ਆਫਟਰ ਦਾ ਇੰਸੀਡੈਂਟ। ਹੁਣ ਉਸ ਤੋਂ ਬਾਵਜੂਦ ਵੀ ਇਸ ਇੰਸੀਡੈਂਟ ਤੋਂ ਬਾਵਜੂਦ ਉਹ ਇੰਨਾ ਕੁ ਡਰ ਗਿਆ ਸੀਗਾ। ਹੀ ਸਟਾਰਟ ਸਲੀਪਿੰਗ ਵਿਦ ਹਿਸ ਗ੍ਰੈਂਡਮਦਰ ਅਗੇਨ, ਵੀ ਉਹ ਆਪਣੀ
ਜਿਹੜੀ ਗ੍ਰੈਂਡ ਮਦਰ ਦੇ ਨਾਲ ਸੀਗਾ ਦੁਬਾਰਾ ਸੋਣਾ ਸਟਾਰਟ ਕਰਤਾ ਉਹਨੇ। ਠੀਕ ਹੈ, ਇੱਕ ਛੋਟੀ ਸਟੋਰੀ ਆ ਸੀਗੀ। ਹੁਣ ਲੀਲਾ ਵਾਲੀ ਸਟੋਰੀ ਦੱਸ ਰਹੇ ਨੇ। ਠੀਕ ਹੈ, ਲੀਲਾ ਦਾ ਨਾ ਇੱਕ ਦੋਸਤ ਹੁੰਦਾ ਵਾ ਸਿੱਧਾ। ਠੀਕ ਹੈ, ਸਿੱਧਾ ਦਾ ਕੀ ਹੁੰਦਾ ਵਾ, ਪਹਿਲਾਂ ਤਾਂ ਉਹ ਚੋਰ ਹੁੰਦਾ ਵਾ। ਠੀਕ ਹੈ, ਕਾਫੀ ਸਾਰੇ ਉਹਨੇ ਕ੍ਰਾਈਮ ਕੀਤੇ ਹੁੰਦੇ ਨੇ। ਲੀਲਾ ਨੂੰ ਕਿਤੇ ਉਹ ਦੋਸਤ ਬਣ ਜਾਂਦੇ ਨੇ। ਲੀਲਾ ਕਹਿੰਦੇ ਆ ਵੀ ਇਹਨਾਂ ਲੀਲਾ ਦੇ ਨਾ ਘਰੇ ਉਹਨੂੰ ਕਿਸੇ ਨੂੰ ਉਹਨੂੰ ਸੰਭਾਲਣ ਲਈ ਰੱਖਣਾ ਹੁੰਦਾ ਵਾ, ਤੇ ਉਹ ਕਹਿੰਦੇ ਆ ਵੀ ਇਹਨੂੰ ਸਿੱਧਾ ਨੂੰ ਰੱਖ ਲਓ। ਉਹਦੇ ਨਾਲ ਕਿਤੇ ਨੈਕਲਸ ਦਾ ਚੇਨ ਚੋਰੀ ਹੋ ਜਾਂਦਾ ਵਾ। ਠੀਕ ਆ, ਉਹ ਸਾਰਾ ਇਲਜ਼ਾਮ ਸਿੱਧਾ ਤੇ ਆ ਜਾਂਦਾ ਵਾ। ਤੇ ਇਹਨੂੰ ਕਹਿੰਦੇ ਵੀ ਪਹਿਲਾਂ ਵੀ ਚੋਰੀ ਸੀਗਾ, ਵੀ ਇਹਨੇ ਚੋਰੀ ਕੀਤੀ ਹੋਣੀ ਆ। ਬਾਅਦ ਚ ਕੀ ਕਰਦੇ ਆ, ਉਹ ਉਹਦਾ ਨੈਕਲਸ ਉਹਦੇ ਯਾਦ ਦੇ ਵਿੱਚ ਲੱਭਦਾ ਵਾ। ਸਿੱਧਾ ਇਨੋਸੈਂਟ ਪ੍ਰੂਫ ਹੋ ਜਾਂਦਾ ਵਾ। ਠੀਕ ਆ, ਤੇ ਬਾਕੀ ਸਾਰੇ ਗਲਤ ਪ੍ਰੂਫ ਹੋ ਜਾਂਦੇ। ਆਹ ਸਟੋਰੀ ਸੀਗੀ, ਆਪਾਂ ਇਹ 'ਚ ਪਾ ਲੈਂਦੇ ਹਾਂ। ਇਹ ਮੇਨਲੀ ਨਾ ਸਟੋਰੀਜ਼ ਘੱਟ ਤੋਂ ਘੱਟ ਤੁਸੀਂ ਲਾ ਲਓ ਵੀ ਅੱਧੇ ਘੰਟੇ ਦੀਆਂ ਹੈਗੀਆਂ ਨੇ ਸਾਰੀਆਂ। ਠੀਕ ਆ, ਬਟ ਉਹਨੇ ਸ਼ੋਰਟ ਕਰਕੇ ਲਿਖਿਆ ਹੋਇਆ ਨਾ ਤੁਹਾਡੇ ਸਿਲੇਬਸ ਦੇ ਅਕੋਰਡਿੰਗ। ਜ਼ਿਆਦਾ ਨਹੀਂ ਡਿਸਕ੍ਰਾਈਬ ਕੀਤਾ ਹੋਇਆ, ਜਿੰਨਾ ਕੀਤਾ ਹੋਇਆ ਆਪਾਂ ਉਹਨਾਂ ਪੜ੍ਹ ਲੈਂਦੇ ਹਾਂ। ਠੀਕ ਹੈ, ਆਪਾਂ ਡੀਪ ਨਹੀਂ ਜਾਣਾ ਇਹਨਾਂ ਦੇ ਵਿੱਚ। ਲੀਲਾ ਇਜ਼ ਦ ਯੰਗ ਡਾਟਰ ਆਫ ਕਮਲਾ। ਹੁਣ ਕਮਲਾ ਕੌਣ ਸੀਗੀ, ਉਹਦੀ ਮਦਰ। ਠੀਕ ਹੈ, ਲੀਲਾ ਇੱਕ ਯੰਗ ਡਾਟਰ ਸੀਗੀ ਆਪਣੇ ਮਦਰ ਦੀ। ਵਰਕਸ ਹਾਰਡ ਅਰਾਊਂਡ ਐਟ ਦਾ ਹੋਮ। ਹੁਣ ਉਹ ਕਈ ਕੰਮ ਕਰਦੀ ਸੀ ਕਮਲਾ, ਘਰ ਦਾ ਕੰਮ ਹੀ ਕਰਦੀ ਹੁੰਦੀ, ਜਿਵੇਂ ਆਪਾਂ ਹਾਊਸ ਵਾਈਫ ਕਹਿ ਦਿੰਦੇ ਹਾਂ। ਵੈਨ ਸ਼ੀ ਕੰਪਲੇਨਸ ਟੂ ਹਰ ਹਸਬੈਂਡ ਸਿੱਧਾ ਓਵਰ ਹਰਸ ਐਂਡ ਆਫਰਸ ਟੂ ਵਰਕ ਟੂ ਦਾ ਸਰਵੈਂਟ। ਹੁਣ ਉਹ ਕਹਿੰਦੀ ਵੀ ਮੇਰੇ ਲਈ ਕੰਮ ਬਹੁਤ ਹੋ ਜਾਂਦਾ ਵਾ, ਵੀ ਸਿੱਧਾ ਨੂੰ ਵੀ ਸਾਂਭਣਾ, ਜਵਾਕ ਜੀ ਤਾਂ ਸੀਗੀ ਉਹ। ਠੀਕ ਹੈ, ਵੀ ਕੋਈ ਤੁਸੀਂ ਸਰਵੈਂਟ ਰੱਖ ਲਓ ਜਿਹੜਾ ਇਹਨੂੰ ਸਾਂਭੀ ਜਾਵੇ, ਲੀਲਾ ਨੂੰ। ਲੀਲਾ ਇਜ਼ ਇਮੀਡੀਏਟਲੀ ਟੇਕਨ ਦਾ ਸਿੱਧਾ ਐਂਡ ਬੈਕਸ ਹਰ ਪੇਰੈਂਟਸ ਟੂ ਹਾਇਰ ਹਿਮ। ਹੁਣ ਕਹਿੰਦੇ ਸਿੱਧਾ, ਅੱਛਾ ਉਹ ਉਹਨੂੰ ਸਿੱਧਾ ਨੂੰ ਕਰਦੀ ਆ ਰੈਕਮੈਂਡ ਵੀ ਇਹਨੂੰ ਰੱਖ ਲਓ ਤੁਸੀਂ। ਤੇ ਜਿਹੜਾ ਲੀਲਾ ਹੁੰਦੀ ਆ ਉਹ ਵੀ ਕਹਿੰਦੀ ਆ ਵੀ ਹਾਂ ਇਹਨੂੰ ਰੱਖ ਲਓ, ਕਿਉਂਕਿ ਉਹ ਦੋਸਤ ਬਣ ਚੁੱਕੇ ਹੁੰਦੇ ਨੇ। ਹੀ ਵਰਕਸ ਹਾਰਡ ਅਰਾਊਂਡ ਦਾ ਹਾਊਸ। ਉਹਨੂੰ ਕਹਿੰਦੇ ਵੀ ਜਿਹੜਾ ਸਿੱਧਾ ਹੁੰਦਾ ਵਾ ਘਰ ਦੇ ਆਲੇ ਦੁਆਲੇ ਬੜਾ ਵਧੀਆ ਕੰਮ ਕਰਦਾ ਵਾ। ਐਂਡ ਬਿਕਮਸ ਦਾ ਫੇਵਰੇਟ ਆਫ ਲੀਲਾ। ਹੁਣ ਲੀਲਾ ਦਾ ਬਹੁਤ ਵਧੀਆ ਦੋਸਤ ਬਣ ਜਾਂਦਾ ਵਾ। ਵਨ ਡੇ ਕਮਲਾ ਸੈਂਡ ਸਿੱਧਾ ਟੂ ਦਾ ਮਾਰਕੀਟ। ਹੁਣ ਉਹ ਕਹਿੰਦੇ ਵੀ ਇੱਕ ਦਿਨ ਨਾ ਕਮਲਾ ਜਿਹੜੀ ਉਹਦੀ ਮਦਰ ਹੁੰਦੀ ਹੈ ਲੀਲਾ ਦੀ, ਉਹ ਸਿੱਧਾ ਨੂੰ ਮਾਰਕੀਟ ਭੇਜਦੇ ਨੇ, ਬਾਜ਼ਾਰ ਦੇ ਵਿੱਚ ਭੇਜਦੇ ਨੇ। ਐਂਡ ਲੀਲਾ ਬੈਕਸ ਟੂ ਗੋ ਅਲੋਂਗ। ਹੁਣ ਜਿਹੜੀ ਲੀਲਾ ਹੁੰਦੀ ਆ ਉਹ ਮਿਹਨਤਾਂ ਕਰਦੇ ਆ ਵੀ ਮੈਂ ਵੀ ਉਹਨਾਂ ਦੇ ਨਾਲ ਜਾਣਾ ਬਾਜ਼ਾਰ ਦੇ ਵਿੱਚ, ਜਿਵੇਂ ਛੋਟੇ ਜਵਾਕ ਕਰਦੇ ਹੁੰਦੇ ਨੇ। ਵੈਨ ਦੇ ਰਿਟਰਨ। ਹੁਣ ਜਦੋਂ ਉਹ ਵਾਪਸ ਆਉਂਦੇ ਨੇ, ਕਮਲਾ ਨੋਟਿਸ ਦੈਟ ਲੀਲਾ ਨੈਕਲਸ ਇਜ਼ ਮਿਸਿੰਗ। ਹੁਣ ਕਮਲਾ ਨੋਟਿਸ ਕਰਦੇ, ਜਿਹੜੀ ਉਹਦੀ ਮਾਂ ਹੁੰਦੀ ਆ, ਵੀ ਉਹਦਾ ਜਿਹੜਾ ਨੈਕਲਸ ਪਾਇਆ ਹੋਇਆ ਸੀਗਾ ਉਹ ਖੋ ਗਿਆ ਵਾ। ਐਂਡ ਇਮੀਡੀਏਟਲੀ ਕੁਐਸਚਨ ਸਿੱਧਾ ਨੂੰ ਕੁਐਸਚਨ ਕਰਦੇ ਨੇ। ਹੂ ਡਜ਼ ਨੋਟ ਆਨਸਰ ਹਰ ਐਕਿਊਜ਼ੇਸ਼ਨ। ਐਕਿਊਜ਼ੇਸ਼ਨ ਹੁੰਦਾ ਵਾ ਵੀ ਆਪਾਂ ਕਿਸੇ ਤੇ ਇਲਜ਼ਾਮ ਲਾ ਰਹੇ ਹਾਂ। ਠੀਕ ਹੈ, ਬਟ ਇੰਸਟੈਂਟ ਲੀਵਸ ਦਾ ਹੋਮ। ਹੁਣ ਉਹ ਕਹਿੰਦੇ ਵੀ ਜਿਹੜੇ ਉਹਨਾਂ ਤੇ ਉਹ ਇਲਜ਼ਾਮ ਲਾ ਰਹੇ ਸੀਗੇ ਉਹਨੇ ਉਹਦਾ ਜਵਾਬ ਨਹੀਂ ਦਿੱਤਾ, ਉਹ ਆਪਣਾ ਘਰ ਛੱਡ ਕੇ ਚੱਲ ਜਾਂਦਾ ਵਾ। ਬੁਲਬੁਲ ਟੈਲਸ ਹਰ ਹਸਬੈਂਡ ਹੂ ਰਿਟਰਨਸ ਦਾ ਇਨਸੀਡੈਂਟ ਟੂ ਦਾ ਪੁਲਿਸ। ਠੀਕ ਹੈ, ਹੁਣ ਜਿਹੜੇ ਇਨਸੀਡੈਂਟ ਬਾਰੇ ਹੁੰਦੇ ਨੇ ਉਹ ਪੁਲਿਸ ਨੂੰ ਦੱਸਦੇ ਨੇ। ਠੀਕ ਹੈ, ਤੇ ਉਹ ਪੁਲਿਸ ਕੋਲ ਚੱਲ ਜਾਂਦਾ। ਪੁਲਿਸ ਲੋਕੇਟ ਸਿੱਧਾ ਟੇਕ ਹਿਮ ਟੂ ਦਾ ਲੀਲਾ ਹਾਊਸ। ਉਹਨੂੰ ਕਹਿੰਦੇ ਵੀ ਜੇ ਪੁਲਿਸ ਹੁੰਦੀ ਆ ਸਿੱਧਾ ਨੂੰ ਫੜਦੀ ਆ ਤੇ ਲੀਲਾ ਦੇ ਹਾਊਸ ਚੱਲ ਜਾਂਦੇ ਨੇ। ਵੇ ਕਮਲਾ ਐਂਡ ਹਰ ਹਸਬੈਂਡ ਅਗੇਨ ਕਨਫਰੰਟ ਹਿਮ। ਹੁਣ ਫਿਰ ਉਹ ਤੇ ਇਲਜ਼ਾਮ ਲਾ ਦਿੰਦੇ ਨੇ ਉਹਦਾ ਹਸਬੈਂਡ ਤੇ ਕਮਲਾ, ਵੀ ਇਹਨੇ ਚੋਰੀ ਕੀਤੀ ਆ, ਵੀ ਇਹ ਤੋਂ ਲੈ ਕੇ ਦਿਓ ਸਾਨੂੰ। ਹੁਣ ਸਿੱਧਾ ਮੇਨਟੇਨ ਹਿਜ਼ ਇਨੋਸੈਂਸ। ਉਹਨੂੰ ਸਿੱਧਾ ਕਹਿੰਦਾ ਵੀ ਮੈਂ ਕੁਛ ਨਹੀਂ ਕੀਤਾ ਹੋਇਆ ਵਾ, ਬਟ ਇਜ਼ ਟੇਕਨ ਅਵੇ ਬਾਏ ਦਾ ਪੁਲਿਸ ਫॉर ਕੁਐਸਚਨਿੰਗ ਲੇਟਰ। ਹੁਣ ਫਿਰ ਵੀ ਉਹ ਪੁਲਿਸ ਉਹਨੂੰ ਚੱਕ ਕੇ ਲੈ ਜਾਂਦੀ ਆ ਵੀ ਕੁਐਸਚਨ ਪੁੱਛਣ ਲਈ ਵੀ ਹਾਂ ਕਿੱਥੇ ਸੀਗਾ ਤੂੰ, ਕਿਵੇਂ ਗਾਇਬ ਹੋ ਗਿਆ ਉਹ। ਲੇਟਰ ਕਮਲਾ ਫਾਈਂਡਸ ਦਾ ਨੈਕਲਸ ਇਨ ਅ ਜਾਰ ਇਨ ਦਾ ਕਿਚਨ। ਜਿਹੜਾ ਥੋੜੀ ਦੇਰ ਬਾਅਦ ਉਹਨੂੰ ਕਮਲਾ ਨੂੰ ਜਾਰ ਦੇ ਵਿੱਚ ਨੈਕਲਸ ਲੱਭ ਜਾਂਦਾ ਵਾ। ਲੀਲਾ ਫਾਦਰ ਡਿਸਾਈਡਡ ਦੈਟ ਲੀਲਾ ਮਸਟ ਨੋਟ ਬੀ ਗਿਵਨ ਐਨੀ ਮੋਰ ਜਵੈਲਰੀ। ਹੁਣ ਉਹ ਕਹਿੰਦੇ ਵੀ ਲੀਲਾ ਨੂੰ ਸਿਰਫ ਇੰਨਾ ਕਹਿੰਦੇ ਨੇ ਵੀ ਹੁਣ ਇਹਨੂੰ ਕੋਈ ਵੀ ਆਪਾਂ ਜਵੈਲਰੀ ਨਹੀਂ ਦੇਣੀ, ਟੂ ਵੇਅਰ ਹੁੰਦਾ ਪਹਿਨਣ ਲਈ। They decided to let the police know about the discovery the next day. ਹੁਣ ਉਹ ਜਾ ਕੇ ਪੁਲਿਸ ਨੂੰ ਵੀ ਦੱਸ ਦਿੰਦੇ ਨੇ ਵੀ ਨੈਕਲੈਸ ਸਾਨੂੰ ਲੱਭ ਗਿਆ ਵਾ। Meanwhile the police continue to beat ਸਿੱਧਾ to extract a confession. ਹੁਣ ਉਹ ਫਿਰ ਵੀ ਉਹ ਪੁਲਿਸ ਜਦ ਤੱਕ ਉਹ ਨਹੀਂ ਜਾਂਦੇ ਤਦ ਤੱਕ ਉਹ ਪੁਲਿਸ ਉਹਨੂੰ ਕੁੱਟਦੀ ਹੋ ਰਹਿੰਦੀ ਆ। ਟੂ ਕਨਫੈਸ਼ਨ ਹੁੰਦਾ ਵਾ ਵੀ ਮੰਨ ਵੀ ਤੂੰ ਚੋਰੀ ਕੀਤੀ। ਠੀਕ ਹੈ, ਹੁਣ ਅਗਲੀ ਸਟੋਰੀ ਹੈਗੀ ਆ ਸੌਰਨਾ ਦੇ ਮਿਸਟਰ ਦੇਖਦੇ ਨੇ ਇਹਦੇ ਵਿੱਚ ਕੀ ਆ। ਇਨ ਦਿਸ ਪੈਸੇਜ ਪਹਿਲਾਂ ਤਾਂ ਪੈਸੇਜ ਦੇ ਬਾਰੇ ਥੋੜ੍ਹਾ ਮੋਟਾ ਲਿਖਿਆ ਹੋਇਆ ਵਾ। ਠੀਕ ਹੈ, ਪੈਸੇਜ ਦੀ ਡਿਸਕ੍ਰਿਪਸ਼ਨ ਪਾ ਲੈਂਦੇ ਆਪਾਂ ਜੇ ਪੈਸੇਜ ਪਤਾ ਮਦਰ ਹੈਡ ਬੀਨ ਅਬੈਟ। ਇਨ ਦਿਸ ਪੈਸੇਜ ਉਹ ਮਲਕੀ ਡੇਰ ਆਰਕ ਡਿਵਾਈਨ ਹੈਜ਼ ਸ਼ੋ ਦਾ ਇੰਪੋਰਟੈਂਸ ਆਫ ਮਦਰ। ਹੁਣ ਸਿਰਫ ਇਹਦੇ ਪੈਸੇਜ ਦੇ ਵਿੱਚ ਮਦਰ ਦੀ ਇੰਪੋਰਟੈਂਸ ਦੱਸੀ ਆ ਇਨ ਐਨ ਇੰਡੀਅਨ ਫੈਮਿਲੀ ਦੇ ਵਿੱਚ। ਸਵਾਮੀ ਦਾ ਨੋਟ ਓਨਲੀ ਮਿਸਡ ਹਰ ਮਦਰ ਡਿਲੀਸ਼ੀਅਸ ਫੂਡ ਰੈਦਰ ਹੀ ਹੈਜ਼ ਲੋਸਟ ਸਮਥਿੰਗ। ਹੁਣ ਉਹ ਕਹਿੰਦੇ ਵੀ ਸਵਾਮੀਨਾਥ ਜਿਹੜਾ ਹੁੰਦਾ ਵਾ ਉਹ ਨਾ ਕਿ ਆਪਣੇ ਹਾਲਾਂਕਿ ਨਾ ਹੀ ਆਪਣੇ ਉਹਦੇ ਮਦਰ ਦੇ ਜਿਹੜਾ ਸਵਾਦਿਸ਼ਟ ਖਾਣਾ ਹੁੰਦਾ ਜਿਵੇਂ ਆਪਾਂ ਮਾਂ ਦੇ ਹੱਥ ਦਾ ਖਾਣਾ ਕਹਿ ਦਿੰਦੇ ਹਾਂ ਉਹਨੂੰ ਮਿਸ ਕਰਦਾ ਵਾ, ਬਟ ਉਹਨੂੰ ਐਂ ਵੀ ਲੱਗਦਾ ਵੀ ਕੁਛ ਚੀਜ਼ ਮੈਂ ਖੋਤੀ ਆ। ਹਿਸ ਮਦਰ ਵਾਸ ਨੋਟ ਏਬਲ ਟੂ ਟਾਕ ਪ੍ਰੋਪਰਲੀ ਵਿਦ ਹਰ ਸਨ ਐਜ਼ ਹੀ ਵਾਸ ਅਬਾਊਟ ਟੂ ਲੀਵ। ਹੁਣ ਉਹ ਕਹਿੰਦੇ ਵੀ ਇਹਦੇ ਵਿੱਚ ਕੀ ਸੀਗਾ ਵੀ ਜਿਹੜੇ ਉਹਦੇ ਮਦਰ ਆ ਨਾ ਉਹਨਾਂ ਦੇ ਇੱਕ ਹੋਰ ਜਵਾਕ ਹੋਣ ਵਾਲਾ ਸੀਗਾ।
ठीक है। इस करके ਉਹਦੇ ਨਾਲ ਇੰਨਾ ਬੁਲਾ ਨਹੀਂ ਪਾਉਂਦੇ ਸੀਗੇ, ਜਿਵੇਂ ਕਿ ਉਹ ਬੈੱਡ ਤੇ ਪਏ ਰਹਿੰਦੇ ਸੀਗੇ, ਠੀਕ ਹੈ। ਤੇ ਉਹਦੇ ਕਾਰਨ ਉਹਨੂੰ ਐਂ ਲੱਗਣ ਲੱਗ ਗਿਆ ਸੀਗਾ ਨਾ ਹੀ ਮੈਨੂੰ ਮਾਂ ਦੇ ਹੱਥ ਦਾ ਖਾਣਾ ਮਿਲਦਾ ਵਾ, ਠੀਕ ਹੈ, ਤੇ ਨਾ ਹੀ ਮੈਨੂੰ ਉਹਨਾਂ ਨੂੰ ਬੁਲਾਉਣ ਦਾ ਜ਼ਿਆਦਾ ਲੱਗਦਾ ਵਾ, ਕਿਉਂਕਿ ਉਹ ਬਿਮਾਰ ਇੱਕ ਕਮਰੇ ਦੇ ਵਿੱਚ ਪਏ ਰਹਿੰਦੇ ਹੁੰਦੇ ਸੀਗੇ। ਹਿਜ਼ ਮਦਰ ਵਾਸ ਨੋਟ ਏਬਲ ਟੂ ਟਾਕ ਪ੍ਰੋਪਰਲੀ ਵਿਦ ਹਰ ਸਨ। ਉਹਨੂੰ ਕਹਿੰਦੇ ਵੀ ਉਹਦੇ ਨਾਲ ਚੰਗੇ ਤਰੀਕੇ ਨਾਲ ਗੱਲ ਨਹੀਂ ਕਰ ਪਾਉਂਦੇ ਸੀਗੇ ਸਨ, ਐਜ਼ ਹੀ ਵਾਜ਼ ਅਬਾਊਟ ਟੂ ਡਿਲੀਵਰ ਅ ਚਾਈਲਡ। ਹੁਣ ਉਹਨਾਂ ਦੇ ਇੱਕ ਜਵਾਕ ਹੋਣ ਵਾਲਾ ਸੀਗਾ, ਬਟ ਸੀ ਦਾ ਲਵ ਆਫ ਅ ਮਦਰ ਫॉर ਹਿਜ਼ ਚਿਲਡਰਨ। ਬਟ ਇੱਕ ਮਾਂ ਦਾ ਪਿਆਰ ਉਹਦੇ ਜਵਾਕ ਦੇ ਲਈ ਦੇਖਦੇ ਹੋਏ, ਡਿਸਪਾਈਟ ਔਨ ਦਾ ਬੈੱਡ, ਉਹ ਬੈੱਡ ਤੇ ਪਏ ਹੋਏ ਵੀ, ਹਰ ਮਦਰ ਕਾਲਡ ਹਿਜ਼ ਸਨ ਐਂਡ ਆਸਕਡ ਹਿਮ, ਉਹ ਉਹਨਾਂ ਨੂੰ ਬੁਲਾਉਂਦੇ ਨੇ ਤੇ ਪੁੱਛਦੇ ਨੇ ਵਾਈ ਆਰ ਯੂ ਲੁਕਿੰਗ ਵੀਕ ਐਂਡ ਇਮੈਸ਼ੀਏਟਡ। ਇਮੈਸ਼ੀਏਟਡ ਹੁੰਦਾ ਵੀ ਵੀਕ ਹੀ ਕਹਿ ਦਿੰਦੇ ਆਪਾਂ ਉਹਨੂੰ, ਕਮਜ਼ੋਰ ਜਿਹਾ ਹੁੰਦਾ ਜਿਹੜਾ, ਉਹਨੂੰ ਆਪਾਂ ਇਮੈਸ਼ੀਏਟਡ ਕਹਿ ਦਿੰਦੇ ਹਾਂ। ਵੀ ਤੂੰ ਇੰਨਾ ਕਮਜ਼ੋਰ ਤੇ ਆ ਜਿਹਾ ਕਾਹਤੇ ਲਾ ਰਿਹਾ ਵਾ। ਇਟ ਸੀਮਸ ਦੈਟ ਯੂ ਹੈਵ ਨੋਟ ਈਟਨ ਐਨੀਥਿੰਗ ਐਵਰੀਥਿੰਗ। ਵੀ ਐਨੀਥਿੰਗ ਆ ਨਾ ਵੈਸੇ ਤਾਂ ਉਹਨੇ ਸਹੀ ਗੱਲ ਹੈ ਵੀ ਐਂ ਲੱਗਦਾ ਵਾ ਜਿਵੇਂ ਤੂੰ ਕੁਛ ਖਾਦਾ ਹੀ ਨਾ ਹੋਵੇ। ਆਈ ਥਿੰਕ ਦੈਟ ਯੂ ਆਰ ਨੋਟ ਸਲੀਪਿੰਗ ਪ੍ਰੋਪਰਲੀ। ਮੈਨੂੰ ਐਂ ਲੱਗਦਾ ਵੀ ਤੂੰ ਚੰਗੇ ਤਰੀਕੇ ਨਾਲ ਸੋ ਨਹੀਂ ਰਿਹਾ, ਠੀਕ ਹੈ। ਇਹਦੇ ਵਿੱਚ ਉਹ ਆਪਣੇ ਮਾਂ ਦਾ ਪਿਆਰ ਦਿਖਾ ਰਿਹਾ ਵਾ, ਠੀਕ ਹੈ, ਜੋ ਆਪਣੇ ਜਵਾਕ ਦੇ ਪ੍ਰਤੀ ਹੁੰਦਾ ਵਾ। ਵੀ ਉਹ ਬੈੱਡ ਤੇ ਪਈ ਹੋਈ ਵੀ ਉਹਨੂੰ ਬੁਲਾ ਰਹੀ ਆ ਤੇ ਉਹਨੂੰ ਪੁੱਛ ਰਹੀ ਆ ਵੀ ਤੂੰ ਕਾਹਤੇ ਇੰਨਾ ਕਮਜ਼ੋਰ ਲੱਗ ਰਿਹਾ ਵਾ, ਜਦ ਕਿ ਉਹਦੀ ਆਪਦੀ ਹਾਲਤ ਖਰਾਬ ਆ, ਠੀਕ ਹੈ। In this passage, school time of Swaminath is described। ਹੁਣ ਇਹ ਕਹਿੰਦੇ ਵੀ ਇਹ ਪੈਸੇਜ ਦੇ ਵਿੱਚ ਸਿਰਫ ਸਵਾਮੀਨਾਥ ਦੇ ਸਕੂਲ ਟਾਈਮ ਨੂੰ ਡਿਸਕ੍ਰਾਈਬ ਕੀਤਾ ਗਿਆ ਵਾ ਆਥਰ ਦੇ ਦੁਆਰਾ। ਮਿਸਟਰ ਵਿਦਿਆ ਨਾਇਕਮ who teaches arithmetic, arithmetic ਹੁੰਦਾ ਮੈਥ, ਠੀਕ ਹੈ। ਜਿਹੜਾ ਮਿਸਟਰ ਵਿਦਿਆ ਨਾਇਕਮ ਹੁੰਦਾ ਵਾ ਜਿਹੜਾ ਕਿ ਮੈਥ ਟੀਚ ਕਰਦਾ ਵਾ, ਇਸ ਕੁਆਇਟ ਬੋਰਿੰਗ, ਬੜਾ ਬੋਰਿੰਗ ਬੰਦਾ ਹੁੰਦਾ ਵਾ। ਦਾ ਹਿਸਟਰੀ ਟੀਚਰ ਮਿਸਟਰ ਪਿਲਾਈ ਵਾਸ ਕਾਈਂਡ ਹਾਰਟਡ ਐਂਡ ਗੇਵ ਸਟੂਡੈਂਟਸ ਅ ਵੈਲਥ ਆਫ ਇਨਫੋਰਮੇਸ਼ਨ। ਜਿਹੜਾ ਉਹ ਕਹਿੰਦਾ ਵੀ ਇੱਕ ਹੋਰ ਟੀਚਰ ਹੁੰਦਾ ਮਿਸਟਰ ਪਿਲਾਈ ਹਿਸਟਰੀ ਦਾ, ਠੀਕ ਹੈ। ਇੱਕ ਤਾਂ ਉਹ ਉਹਨਾਂ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦਾ ਵਾ ਅਤੇ ਦੂਸਰਾ ਉਹਨਾਂ ਨੂੰ ਮਤਲਬ ਕਿ ਇੰਟਰਸਟਿੰਗ ਬਣਾਉਂਦਾ ਵਾ ਸਭ ਦੇ ਸਬਜੈਕਟ ਨੂੰ। ਦ ਸਕ੍ਰਿਪਚਰ ਟੀਚਰ ਵਾਜ਼ ਫੈਂਟੈਂਟਿਕ ਐਂਡ ਕ੍ਰਿਟੀਸਾਈਜ਼ ਹਿੰਦੂ ਗੋਡਸ ਵਿਦ ਦ ਗ੍ਰੇਟ ਸਪੋਨ ਸਵਾਮੀਨਾਥ ਗੋਟ ਐਂਡ ਗੇਟ। ਹੁਣ ਉਹ ਕਹਿੰਦੇ ਵੀ ਇੱਕ ਨਾ ਉੱਥੇ ਕ੍ਰਿਸਚਨ ਦਾ ਉਹ ਹੁੰਦਾ ਵਾ, ਕ੍ਰਿਸਚਨ ਟੀਚਰ ਕਹਿ ਦਿੰਦੇ ਆਪਾਂ, ਉਹ ਕੀ ਕਰਦਾ ਵਾ ਹਿੰਦੂ ਧਰਮ ਬਾਰੇ ਕੁਛ ਮਾੜਾ ਬੋਲ ਦਿੰਦਾ, ਠੀਕ ਹੈ। ਅਤੇ ਸਵਾਮੀਨਾਥ ਹੋਏ ਨਾ ਲੜ ਪੈਂਦਾ ਵੀ ਤੂੰ ਹਿੰਦੂ ਧਰਮ ਬਾਰੇ ਕਾਹਤੇ ਕੁਛ ਮਾੜਾ ਕਹਿ ਰਿਹਾ ਵਾ। ਐਂਡ ਟਸਲ ਵਿਦ ਦ ਟੀਚਰ, ਲੜ ਪਿਆ ਉਹਦੇ ਨਾਲ। ਸਵਾਮੀਨਾਥ ਰਿਪੋਰਟਡ ਦਾ ਮੈਟਰ ਟੂ ਹਿਸ ਫਾਦਰ। ਉਹ ਸਵਾਮੀਨਾਥ ਇਹ ਸਾਰੀ ਗੱਲ ਜਾ ਕੇ ਆਪਣੇ ਪਿਤਾ ਨੂੰ ਦੱਸਦਾ ਵਾ। ਫਾਦਰ ਰੋਟ ਅ ਪੈਸ਼ਨੇਟ ਲੈਟਰ ਟੂ ਹੈਡਮਾਸਟਰ। ਹੁਣ ਜਿਹੜਾ ਸਵਾਮੀਨਾਥ ਦੇ ਪਿਤਾ ਜੀ ਹੁੰਦੇ ਨੇ ਉਹ ਲੈਟਰ ਲਿਖਦੇ ਨੇ ਹੈਡਮਾਸਟਰ ਨੂੰ। ਐਂਡ ਥ੍ਰੈਟਨ ਹਿਮ ਟੂ ਵਿਦਡਰਾ ਸਵਾਮੀ ਫਰੋਮ ਦਾ ਸਕੂਲ। ਅਤੇ ਉਹਨਾਂ ਨੂੰ ਡਰਾਉਂਦੇ ਨੇ ਵੀ ਮੈਂ ਸਵਾਮੀ ਨੂੰ ਸਕੂਲ ਤੋਂ ਹਟਾ ਲੈਣਾ ਵਾ ਵੀ ਜੇ ਇਹੋ ਜਿਹੀਆਂ ਗੱਲਾਂ ਹੀ ਹੁੰਦੀ ਰਹੀਆਂ ਉੱਥੇ। ਅਲਟੀਮੇਟਲੀ ਹੈਡਮਾਸਟਰ ਸੈਟਲਸ ਦਾ ਮੈਟਰ ਐਜ਼ ਇਫ ਨਥਿੰਗ ਵਾਸ ਹੈਪਨ। ਹੁਣ ਉਹ ਕਹਿੰਦੇ ਵੀ ਹੈਡਮਾਸਟਰ ਉਹਨੂੰ ਸਹੀ ਕਰ ਦਿੰਦੇ ਨੇ। ਪਹਿਲਾਂ ਤਾਂ ਉਹ ਟੀਚਰ ਨੂੰ ਬੋਲ ਦਿੰਦੇ ਨੇ ਵੀ ਤੁਸੀਂ ਕਿਸੇ ਗੋਡ ਬਾਰੇ ਮਾੜਾ ਕਾਹਤੇ ਕਹਿ ਰਹੇ ਹੋ, ਫਿਰ ਉਹਨੂੰ ਬੋਲ ਦਿੰਦੇ ਨੇ ਵੀ ਤੂੰ ਆਪਣੇ ਘਰੇ ਜਾ ਕੇ ਕਾਹਤੇ ਦੱਸਿਆ ਵਾ, ਮੈਨੂੰ ਦੱਸਣਾ ਸੀ, ਠੀਕ ਹੈ। ਬੇਸਿਕ ਨਹੀਂ ਆ ਵੈਸੇ ਤਾਂ ਸਟੋਰੀਜ਼ ਵਿੱਚ, ਥੋੜ੍ਹੀ ਨੇ। ਉਹ ਜੇ ਕਿਸੇ ਨੇ ਇੰਟਰਸਟਿੰਗ ਪੜ੍ਹਨੀ ਹੋਈ ਤਾਂ ਪੜ੍ਹ ਲਿਓ। ਰਾਜਾ ਵਾਜ਼ੇ ਫੈਸ਼ਨ। ਹੁਣ ਇਹਦੇ ਵਿੱਚ ਸਟੋਰੀ ਦੇ ਵਿੱਚ ਦੱਸਿਆ ਗਿਆ ਸੀਗਾ ਵੀ ਇੱਕ ਮੁੰਡਾ ਹੁੰਦਾ ਵਾ ਸਕੂਲ ਦੇ ਵਿੱਚ ਨਵਾਂ ਆਉਂਦਾ ਵਾ, ਠੀਕ ਆ, ਅਤੇ ਇੰਪਰੈਸ਼ਨ ਪਾਉਣ ਦਾ ਪੂਰਾ ਕੋਸ਼ਿਸ਼ ਕਰਦਾ ਵਾ। ਇਨ ਦਿਸ ਸਟੋਰੀ ਦਾ ਸਕੂਲ ਲਾਈਫ ਆਫ ਸਵਾਮੀਨਾਥ ਇਜ਼ ਡਿਸਕ੍ਰਾਈਬ। ਉਹਨੂੰ ਕਹਿੰਦੇ ਵੀ ਸਵਾਮੀਨਾਥ, ਹੁਣ ਸਵਾਮੀਨਾਥ ਉਹੀ ਆ ਸਵਾਮੀ, ਠੀਕ ਆ, ਕੋਈ ਹੋਰ ਨਹੀਂ ਹੈਗਾ ਇਹ। ਸਵਾਮੀਨਾਥ ਦੇ ਸਕੂਲ ਦੇ ਬਾਰੇ ਲਾਈਫ ਦੇ ਬਾਰੇ ਦੱਸਦੇ ਨੇ। ਮਨੀ ਇਜ਼ ਹਿਸ ਕਲਾਸਮੇਟ। ਹੁਣ ਉਹਦੇ ਕੁਝ ਕੁ ਫਰੈਂਡ ਹੁੰਦੇ ਨੇ, ਮਨੀ ਹੁੰਦਾ ਵਾ, ਮੈਂ ਵੈਸੇ ਸਟੋਰੀਜ਼ ਪੜ੍ਹੀਆਂ ਹੋਏ ਨੇ ਤਾਂ ਮੈਨੂੰ ਪਤਾ ਵਾ। ਮਨੀ ਇਜ਼ ਦਾ ਕਲਾਸਮੇਟ ਹੂ ਇਜ਼ ਵੈਰੀ ਸਟਰੋਂਗ ਐਂਡ ਬੁਲੀ। ਹੁਣ ਉਹ ਕਹਿੰਦੇ ਵੀ ਜਿਹੜਾ ਇੱਕ ਉਹਦਾ ਮਨੀ ਦੋਸਤ ਹੁੰਦਾ ਵਾ, ਇੱਕ ਬੜਾ ਤਾਂ ਇੱਕ ਤਾਕਤਵਰ ਹੁੰਦਾ ਵਾ, ਦੂਸਰਾ ਬੁੱਝ ਜਿਹਾ ਹੀ ਹੁੰਦਾ ਉਹ ਦਿਮਾਗ ਦੇ ਪੱਖੋਂ। ਮਨੀ ਇਜ਼ ਏ ਕਲੋਜ਼ ਫਰੈਂਡ ਆਫ ਸਵਾਮੀ। ਮਨੀ ਇੱਕ ਬਹੁਤ ਅੱਛਾ ਦੋਸਤ ਹੁੰਦਾ ਵਾ ਸਵਾਮੀ ਦਾ। ਅ ਨਿਊ ਸਟੂਡੈਂਟ ਰਾਜਮ ਜੁਆਇਨਸ ਦਾ ਕਲਾਸ। ਹੁਣ ਰਾਜਮ ਨਾ ਇੱਕ DSP ਦਾ ਮੁੰਡਾ ਹੁੰਦਾ ਸੀ ਉਹਦੇ ਵਿੱਚ, ਸਟੋਰੀਜ਼ ਦੇ ਵਿੱਚ। ਉਹ ਨਾ ਬੜੇ ਉੱਚੇ ਘਰ ਤੋਂ ਆਇਆ ਹੁੰਦਾ ਵਾ। ਪਹਿਲਾਂ ਤਾਂ ਜਿਹੜੇ ਸਵਾਮੀ ਹੁੰਦੇ ਨੇ, ਸਵਾਮੀ ਅਤੇ ਮਨੀ ਹੁੰਦੇ ਨੇ, ਉਹ ਨਾ ਦੋਸਤੀ ਨਹੀਂ ਕਰਨਾ ਚਾਹੁੰਦੇ ਹੁੰਦੇ ਨੇ, ਜਿਵੇਂ ਕਿ ਦੁਸ਼ਮਣ ਹੀ ਲੱਗਦਾ ਹੁੰਦਾ। ਇੱਕ ਐਂ ਹੁੰਦਾ ਬੰਦਾ ਪੂਰਾ ਐ ਜਿਵੇਂ ਕਲਾਸ ਦੇ ਵਿੱਚ ਸਭ ਤੋਂ ਵਧੀਆ ਬੰਦਾ ਹੋਵੇ, ਜੈਲਸੀ ਫੈਕਟਰ ਜਿਹੜਾ ਹੁੰਦਾ ਵਾ ਨਾ, ਉਹ ਸੀਗਾ ਉਹਨਾਂ ਦੇ ਮਨ। ਬਟ ਅੰਦਰੋਂ ਉਹਨਾਂ ਨੂੰ ਐਂ ਸੀਗਾ ਵੀ ਜੇ ਅਸੀਂ ਇਹਨਾਂ ਨਾਲ ਦੋਸਤੀ ਕਰ ਲਾਂਗੇ ਸਾਨੂੰ ਉਹੀ ਉਹਦੇ ਘਰੇ ਜਾਇਆ ਕਰਾਂਗੇ, ਐਡਾ ਵੱਡਾ ਘਰ ਆ ਹੈ ਨਾ, ਖਲੋਣੇ ਜਿਹੜੇ ਉਹਦੇ ਕੋਲ ਨੇ ਉਹਦੇ ਨਾਲ ਖੇਡਿਆ ਕਰਾਂਗੇ। ਇਸ ਕਰਕੇ ਉਹ ਹੌਲੀ ਉਹਨੂੰ ਦੋਸਤ ਬਣਾ ਲੈਂਦੇ ਨੇ, ਠੀਕ ਹੈ। ਸਟਾਰਟਿੰਗ ਦੇ ਵਿੱਚ ਉਹ ਇਹਨਾਂ ਜੈਲਸੀ ਫੀਲ ਕਰਦੇ ਹੁੰਦੇ ਨੇ। ਇਨ ਦਿਸ ਸਟੋਰੀ ਸਕੂਲ ਲਾਈਫ ਹੋ ਗਿਆ, ਠੀਕ ਹੈ। ਮਨੀ ਇਜ਼ ਕਲੋਜ਼ ਫਰੈਂਡ ਰਾਜਮ ਜੁਆਇਨਸ ਅ ਕਲਾਸ ਹੂ ਇਜ਼ ਇਕੁਅਲੀ ਸਟਰੋਂਗ ਐਜ਼ ਮਨੀ ਹੇਟਸ ਹਿਮ ਐਂਡ ਪਲੈਨਸ ਟੂ ਕਿਲ ਹਿਮ। ਹੁਣ ਉਹ ਕਹਿੰਦੇ ਵੀ ਉਹ ਪਲਾਨ ਬਣਾਉਂਦੇ ਹੁੰਦੇ ਸੀ ਆਪਾਂ ਇਹਨੂੰ ਮਾਰ ਦੇਣਾ,
ਜਿਵੇਂ ਉਹ ਕਲਾਸ ਦੇ ਵਿੱਚ ਵੀ ਇਕੁਅਲੀ ਉਹਦੇ ਨਾਲ ਉਹ ਬਰਾਬਰ ਦਾ ਸੀਗਾ। ਮਨੀ ਐਂਡ ਸਵਾਮੀ ਇਨਵਾਈਟ ਰਾਜਮ ਟੂ ਕਮ ਰਿਵਰ ਫੋਰ ਏ ਸ਼ੋਡਾਊਨ। ਸ਼ੋਡਾਊਨ ਹੋਊਗਾ ਵੀ ਲੜਾਈ, ਜਿਵੇਂ ਆਪਾਂ ਕਹਿੰਦੇ ਸ਼ਾਮ ਨੂੰ ਮਿਲਾਂਗੇ ਤੈਨੂੰ, ਉਹ ਚੀਜ਼ ਆਏ। ਠੀਕ ਹੈ, ਉਹ ਕਹਿੰਦੇ ਵੀ ਸ਼ਾਮ ਨੂੰ ਆ ਜੀ, ਨਦੀ ਦੇ ਕਿਨਾਰੇ ਦੇਖ ਲਾਂਗੇ ਤੈਨੂੰ। ਮਨੀ ਬ੍ਰਿੰਗਸ ਵਿਦ ਦ ਕਲੱਬ, ਬ੍ਰਿੰਗਸ ਹਿਮ ਅ ਕਲੱਬ, ਕਲੱਬ ਪਤਾ ਨਹੀਂ ਕੀ ਆ ਉਹਨੇ ਵੀ ਮਨੀ ਕੁਛ ਨਾਲ ਚੱਕ ਲਿਆ ਹੋਣਾ। ਰਾਜਮ ਅਰਾਈਵਡ ਵਿਦ ਐਨ ਏਅਰ ਗਨ, ਹਵਾ 'ਚ ਉਹ ਪਿਸਤੌਲ ਨਹੀਂ ਮਾਰਨ ਵਾਲੀ ਹੁੰਦੀ, ਠੀਕ ਆ, ਉਹ ਚੱਕ ਲਿਆ ਉਹ। ਮਨੀ ਗੈਟਸ ਫਰਾਈਟਨ, ਫਰਾਈਟਨ ਹੁੰਦਾ ਡਰ ਗਿਆ, ਮਨੀ ਡਰ ਗਿਆ। ਰਾਜਮ ਪ੍ਰਪੋਜ਼ ਟੂ ਬੀ ਫਰੈਂਡਸ, ਠੀਕ ਹੈ, ਜਦੋਂ ਰਾਜਮ ਕਹਿੰਦਾ ਵੀ ਆਪਾਂ ਚਲੋ ਦੋਸਤ ਬਣ ਜਾਂਦੇ ਹਾਂ। ਵਿਚ ਆਲ ਐਗਰੀ ਫੋਰ ਸਾਈਗ ਆਫ ਰਿਲੀਫ, ਸਾਈਗ ਆਫ ਰਿਲੀਫ ਹੁੰਦਾ ਵੀ ਸੁੱਖ ਦਾ ਸਾਹ, ਠੀਕ ਹੈ, ਸਾਰਿਆਂ ਨੇ ਸੁੱਖ, ਦੋਨਾਂ ਸਾਰਿਆਂ ਨੇ ਸੁੱਖ ਦਾ ਸਾਹ ਦਿੱਤਾ ਜਦੋਂ ਆਹ ਪ੍ਰਪੋਜ਼ਲ ਆਇਆ ਵੀ ਆਪਾਂ ਤੁਹਾਨੂੰ ਦੋਸਤ ਬਣ ਦਿੰਦੇ ਹਾਂ। ਉਸ ਤੋਂ ਬਾਅਦ ਉਹ ਦੋਸਤ ਬਣ ਗਏ ਸੀ ਸਾਰੇ। ਬੜੀ ਛੋਟੀ ਦੱਸੀ ਇਹਦੇ ਵਿੱਚ ਸਵਾਮੀ ਨਾਲ ਸਲੈਪਟ ਵਿਦ ਹਿਸ ਗ੍ਰੈਂਡ ਮਦਰ ਦੇ ਨਾਲ ਸੋ ਜਾਂਦਾ ਉਹ। ਹੀ ਟਾਕਸ ਅਬਾਊਟ ਦਾ ਕਲਾਸਮੇਟ ਰਾਜਮ ਟੂ ਹਰ। ਹੁਣ ਉਹ ਕਹਿੰਦੇ ਵੀ ਆਪਣੇ ਨਾ ਮਦਰ ਦੇ ਜਿਹੜੇ ਗ੍ਰੈਂਡ ਮਦਰ ਹੁੰਦੇ ਆ ਉਹਨਾਂ ਦੇ ਨਾਲ ਨਾ ਉਹ ਜ਼ਿਆਦਾਤਰ ਰਾਜਮ ਦੀਆਂ ਗੱਲਾਂ ਕਰਦਾ ਹੁੰਦਾ ਸੀਗਾ ਇੰਸਟੈਡ ਆਫ ਮਨੀ ਦੀ। ਉਹ ਗ੍ਰੈਨੀ ਰਾਜਮ ਇਜ਼ ਗ੍ਰੇਟ ਫੈਲੋ, ਭਈ ਉਹ ਬਹੁਤ ਅੱਛਾ ਦੋਸਤ ਆ ਮੇਰਾ। ਹੀ ਹੈਜ਼ ਗੋਟ ਰੀਅਲ ਪੁਲਿਸ ਡਰੈਸ, ਹੁਣ ਉਹਦੇ ਜਿਹੜਾ ਫਾਦਰ ਸੀਗਾ ਉਹ DSP ਸੀਗਾ, ਇਸ ਕਰਕੇ ਉਹਨਾਂ ਕੋਲ ਇੱਕ ਪੁਲਿਸ ਦੀ ਡਰੈਸ ਰੀਅਲ ਸੀਗੀ। ਹਿਸ ਫਾਦਰ ਇਜ਼ ਪੁਲਿਸ ਸੁਪਰੀਟੈਂਡੈਂਟ, ਉਹੀ DSP। ਸਵਾਮੀ ਗੋਜ਼ ਔਨ ਟਾਕਿੰਗ ਅਬਾਊਟ ਰਾਜਮ, ਹੁਣ ਉਹਨਾਂ ਨਾਲ ਰਾਜਮ ਦੇ ਬਾਰੇ ਗੱਲਾਂ ਕਰਦਾ ਰਹਿੰਦਾ ਸੀਗਾ। ਗ੍ਰੈਨੀ ਹਾਊ ਐਵਰ ਸਟਾਰਟਸ ਰੀਕਲੈਕਟਿੰਗ ਅਬਾਊਟ ਹਰ ਹਸਬੈਂਡ ਹੂ ਵਾਜ਼ ਏ ਸਬ ਮੈਜਿਸਟ੍ਰੇਟ। ਹੁਣ ਉਹ ਕਹਿੰਦੇ ਵੀ ਜਿਹੜੇ ਉਹਦੀ ਮਾਤਾ ਜੀ ਸੀਗੇ ਉਹ ਉਹਦੇ ਬਾਰੇ ਗੱਲਾਂ ਕਰਦੇ ਰਹਿੰਦੇ ਸੀਗੇ, ਜਿਹੜਾ ਉਹਦੇ ਉਹ ਹੁਣ ਉਹ ਗ੍ਰੈਨੀ ਨਾ ਕਿਸੇ ਆਪਣੇ ਹਸਬੈਂਡ ਦੇ ਬਾਰੇ ਗੱਲਾਂ ਕਰਦੇ ਰਹਿੰਦੇ ਨੇ, ਜਿਹੜੇ ਉਹਨਾਂ ਦੇ ਗ੍ਰੈਂਡਫਾਦਰ ਹੋਣਗੇ, ਠੀਕ ਹੈ, ਗ੍ਰੈਂਡਫਾਦਰ ਦੀ ਗੱਲਾਂ ਕਰਦੇ ਨੇ ਜਿਹੜੇ ਕਿ ਸਬ ਮੈਜਿਸਟ੍ਰੇਟ ਸੀਗੇ ਉਸ ਪਿੰਡ ਦੇ ਵਿੱਚ। ਸਵਾਮੀ ਗੈਟਸ ਅਨੋਇਡ, ਹੁਣ ਉਹ ਕਹਿੰਦੇ ਵੀ ਮੈਂ ਤੁਹਾਨੂੰ ਉਹਨਾਂ ਦੇ ਉਹਦੇ ਰਾਜਮ ਦੇ ਬਾਰੇ ਦੱਸ ਰਿਹਾ ਵਾਂ, ਤੁਸੀਂ ਆਪਣੇ ਹੀ ਮਾਰੀ ਜਾਂਦੇ ਹੋ, ਇਸ ਕਰਕੇ ਉਹ ਥੋੜ੍ਹਾ ਉਹਨਾਂ ਤੋਂ ਦੁਖੀ ਹੋ ਜਾਂਦਾ ਵਾ। ਗ੍ਰੈਨੀ ਅਸ਼ੋਰ ਸਵਾਮੀ ਦੈਟ ਸ਼ੀ ਇਜ਼ ਲਿਸਨਿੰਗ, ਹੁਣ ਉਹ ਉਹਨਾਂ ਨੂੰ ਵਿਸ਼ਵਾਸ ਦਵਾਉਂਦੀ ਆ ਵੀ ਹਾਂ ਮੈਂ ਤੇਰੀ ਵੀ ਗੱਲ ਸੁਣ ਰਹੀ ਹਾਂ, ਟੂ ਹਿਮ ਵਿਦ ਆਲ ਅਟੈਂਸ਼ਨ, ਪੂਰੀ ਅਟੈਂਸ਼ਨ ਦੇ ਨਾਲ। ਗ੍ਰੈਨੀ ਨਾਓ ਸਟਾਰਟਸ ਦਾ ਸਟੋਰੀ ਆਫ ਰਾਜਾ ਹਰੀਸ਼ ਚੰਦਰ ਬਟ ਸੂਨ ਸਵਾਮੀ ਗੋਜ਼ ਟੂ ਸਲੀਪ। ਹੁਣ ਉਹ ਕਹਿੰਦੇ ਵੀ ਗ੍ਰੈਨੀ ਉਹਨੂੰ ਰਾਜਾ ਹਰੀਸ਼ ਚੰਦਰ ਦੀ ਸਟੋਰੀ ਸੁਣਾਉਣ ਲੱਗ ਜਾਂਦੇ ਨੇ ਅਤੇ ਥੋੜ੍ਹੀ ਦੇਰ ਬਾਅਦ ਸਵਾਮੀ ਜਾ ਕੇ ਸੋ ਜਾਂਦਾ। ਠੀਕ ਆ, ਬਸ ਆ ਇੰਨੀ ਛੋਟੀ ਛੋਟੀ ਸਟੋਰੀਆਂ ਦੱਸੀਆਂ ਹੋਈਆਂ ਨੇ, ਇਹਦੇ ਵਿੱਚੋਂ ਤੁਹਾਨੂੰ ਪੈਸੇ ਦੇ ਵਿੱਚੋਂ ਕੁਐਸਚਨ ਆ ਜਾਏ, ਠੀਕ ਹੈ। ਹੁਣ ਆਪਾਂ ਇੱਥੋਂ ਤੁਹਾਡੇ ਉਹ 'ਚ ਜਿਹੜੇ ਨੋਟਸ ਪਏ ਨੇ ਤੁਹਾਡੇ ਕੋਲ, ਉਹਦੇ ਵਿੱਚ ਵੀ ਕੁਐਸਚਨ ਦੇਖ ਲੈਂਦੇ ਹਾਂ। ਤੁਹਾਨੂੰ ਵੈਰੀ ਸ਼ੋਰਟ ਕੁਐਸਚਨ ਆ ਸਕਦਾ ਵਾ, ਕਿਸੇ ਦੀ ਵੀ ਡੇਟ ਆਫ ਬਰਥ ਦਾ ਉਹ ਚੀਜ਼ਾਂ ਪੜ੍ਹ ਦਿਓ। ਲਾਸਟ ਸਟੋਰੀ ਸੀਗੀ ਆਪਣੀਆਂ ਇਹ, ਠੀਕ ਹੈ। ਬਾਕੀ ਤੈਨੂੰ ਆ ਤੁਹਾਡੇ YouTube 'ਤੇ ਪਈਆਂ ਨੇ, ਦੇਖ ਲਿਓ। R.K. ਨਾਰਾਇਣ ਵਾਸ ਬੋਰਨ ਔਨ 10 ਅਕਤੂਬਰ 1906, ਵੀ ਜਦੋਂ ਦਾ ਜਨਮ ਹੋਇਆ ਸੀਗਾ। ਇਹ 36 ਨੰਬਰ ਪੇਜ ਆ, 39। बस आ देख लो, 38 आ। ठीक है, 38 ਦੇ ਉੱਪਰ ਸਾਈਡ ਲਿਖਿਆ ਸ਼ੋਰਟ ਸਟੋਰੀ R.K. ਨਾਰਾਇਣ ਮਾਲਗੁਡੀ ਡੇਜ਼। ਮਾਲਗੁਡੀ ਡੇਜ਼ ਉਹ ਪਿੰਡ ਦਾ ਨਾਮ ਸੀਗਾ। ਵੈਨ R.K. ਨਾਰਾਇਣ ਬੋਰਨ, ਕਦੋਂ ਜਨਮ ਹੋਇਆ ਸੀਗਾ ਉਹਦਾ? 13 ਮਈ 2001 ਨੂੰ, ਸੋਰੀ 10 ਅਕਤੂਬਰ 1906 ਨੂੰ ਉਹਦਾ ਜਨਮ ਹੋਇਆ ਸੀਗਾ। 13 ਮਈ 2001 ਨੂੰ ਉਹਦੀ ਡੈਥ ਹੋ ਗਈ। ਹਾਊ ਮਨੀ ਸ਼ੋਰਟ ਸਟੋਰੀਜ਼ ਮਾਲਗੁਡੀ ਕੰਟੇਨਸ, ਭਈ ਉਹਦੇ ਵਿੱਚ ਕਿੰਨੀਆਂ ਸਟੋਰੀਜ਼ ਨੇ? ਮਾਲਗੁਡੀ ਦੇ ਵਿੱਚ 32 ਸ਼ੋਰਟ ਸਟੋਰੀਜ਼ ਨੇ ਟੋਟਲ ਦੇ ਵਿੱਚ। R.K. ਨਾਰਾਇਣ ਵਾਸ ਏ ਫੇਮਸ ਆਥਰ ਇਨ ਇੰਡੀਅਨ ਹਿਸਟਰੀ। ਹੁਣ ਉਹ ਕਹਿੰਦੇ ਵੀ ਇੱਕ ਕਰੀਅਰ ਦੱਸਣਾ। ਇਹਦੇ ਵਿੱਚ ਨਾ ਜਿਹੜੇ ਆਪਣੇ ਕੋਲ 3 ਆਥਰ ਆਏ ਸੀ, ਇੱਕ R.K. ਨਾਰਾਇਣ ਆ ਗਿਆ, ਇੱਕ ਉਹਦਾ ਪੋਰਟਰੇਟ ਆਫ ਲੇਡੀ ਵਾਲਾ, ਅਤੇ ਇੱਕ ਵਿਚਕਰੇ ਨੂੰ ਆਇਆ ਸੀ। ਇਹਨਾਂ ਦੇ ਤੁਹਾਨੂੰ ਉਹਦੇ ਬਾਰੇ ਆ ਸਕਦਾ ਵੀ ਉਹਨਾਂ ਨੇ ਕੀ ਕੀ ਅਚੀਵ ਕੀਤਾ ਸੀਗਾ। ਜਿਵੇਂ ਪਹਿਲੇ ਵਾਲਾ ਲੋਇਰ ਸੀਗਾ, ਦੂਸਰੇ ਵਾਲੇ ਮੈਂ ਭੁੱਲ ਗਿਆ, ਤੀਸਰੇ ਵਾਲੇ ਦੇ ਬਾਰੇ ਆਪਾਂ ਦੇਖ ਲੈਂਦੇ। R.K. ਨਾਰਾਇਣ ਵਾਸ ਏ ਫੇਮਸ ਆਥਰ ਇਨ ਇੰਡੀਅਨ ਹਿਸਟਰੀ। ਇੰਡੀਅਨ ਹਿਸਟਰੀ ਦੇ ਵਿੱਚ ਬਹੁਤ ਹੀ ਫੇਮਸ ਆਥਰ ਸੀਗਾ। R.K. ਨਾਰਾਇਣ ਹੈਜ਼ ਰਿਟਨ ਮਨੀ ਪਲੇਸ ਐਂਡ ਇਮੈਜਿਨਰੀ ਸਟੋਰੀ। ਇਮੈਜਿਨ ਹੁੰਦਿਆ ਵਾ ਵੀ ਆਪਣੇ ਵੱਲੋਂ ਸੋਚ ਕੇ ਉਹਨੇ ਸਟੋਰੀਜ਼ ਬਣਾਈਆਂ ਹੋਈਆਂ ਸੀਗੀਆਂ। ਹੀ ਇਜ਼ ਵਨ ਆਫ 3 ਲੀਡਿੰਗ ਫਿਗਰਸ ਆਫ ਅਰਲੀ ਇੰਡੀਅਨ ਲਿਟਰੇਚਰ। ਉਹ ਕਹਿੰਦੇ ਵੀ ਜਿਹੜਾ ਪਹਿਲੇ ਵਾਲੇ ਸਮੇਂ ਦੇ ਵਿੱਚ ਲਿਟਰੇਚਰ ਲਿਖਣ ਵਾਲੇ ਹੁੰਦੇ ਸੀਗੇ ਉਹਨਾਂ ਦੇ ਵਿੱਚੋਂ ਇੱਕ ਸੀਗਾ ਉਹ। ਇਨ ਇੰਗਲਿਸ਼ ਅਲੋਂਗ ਵਿਦ ਮੁਲਕ ਰਾਜ ਅਨੰਕ ਐਂਡ ਰਾਜਾ ਰਾਏ, ਇਹ ਵੀ ਦੋ ਉਹਨਾਂ ਦੇ ਨਾਲ ਹੁੰਦੇ ਸੀਗੇ। ਤਿੰਨਾਂ ਨੂੰ ਬੜਾ ਮੰਨੇ ਪੜਮੰਨੇ ਲਿਟਰੇਚਰ ਮੰਨਿਆ ਜਾਂਦਾ ਸੀਗਾ ਉਸ ਟਾਈਮ ਦੇ ਵਿੱਚ। ਹੀ ਵਾਜ਼ ਅਵਾਰਡਡ ਫॉर ਬ੍ਰਿੰਗ ਦਾ ਇੰਡੀਅਨ ਲਿਟਰੇਚਰ ਇਨ ਇੰਗਲਿਸ਼ ਰੈਸਟ ਆਫ ਦਾ ਵਰਲਡ। ਉਹਨੂੰ ਕਹਿੰਦੇ ਵੀ ਉਹਨੂੰ ਅਵਾਰਡ ਕੀਤਾ ਗਿਆ ਕਿਉਂਕਿ ਉਹਨੇ ਨਾ ਇੱਕ ਪਿੰਡ ਦੀ ਝਲਕ ਨੂੰ, ਠੀਕ ਆ, ਪੂਰੇ ਉਹ ਦੇਸ਼ ਦੇ ਵਿੱਚ ਲੈ ਕੇ ਆਇਆ ਵੀ ਕਿਹੋ ਜਿਹਾ ਉੱਥੇ ਹੁੰਦਾ ਵਾ।
ਹੀ ਵਾਸ ਰਿਗਾਰਡਡ ਐਜ਼ ਅ ਫੇਮਸ ਗ੍ਰੇਟੈਸਟ ਨੋਵਲਿਸਟ। ਉਹਨੂੰ ਇਸ ਸਨਮਾਨ ਨਾਲ ਨਵਾਜ਼ਿਆ ਗਿਆ ਵੀ ਉਹ ਗ੍ਰੇਟੈਸਟ ਨੋਵਲਿਸਟ ਆ। ਇਨ ਹਿਜ਼ ਰਾਈਟਿੰਗ ਕਰੀਅਰ ਹੀ ਸਪੈਂਡਡ ਓਵਰ 60 ਈਅਰਸ। ਉਹਨਾਂ ਨੇ ਕਹਿੰਦਾ ਵੀ ਰਾਈਟਿੰਗ ਦੇ ਵਿੱਚ ਆਪਣੇ 60 ਸਾਲ ਲਾਤੇ। ਨਾਰਾਇਣ ਨੂੰ ਬਹੁਤ ਸਾਰੇ ਅਵਾਰਡ ਵੀ ਮਿਲੇ ਇਸ ਤਰ੍ਹਾਂ ਕੇਸੀ ਬੈਸਨ ਮੈਡਲ, ਸਤਿਆ ਅਕੈਡਮੀ ਅਵਾਰਡ ਐਂਡ ਦਾ ਪਦਮਾ ਵਿਭੂਸ਼ਣ, ਇੰਡੀਆ ਸੈਕਿੰਡ ਹਾਈਐਸਟ ਸਿਵੀਲੀਅਨ ਅਵਾਰਡ। ਪਦਮਾ ਵਿਭੂਸ਼ਣ ਬਹੁਤ ਉੱਚੀ ਅਵਾਰਡ ਹੁੰਦਾ ਵਾ ਇਹ, ਇੰਡੀਆ ਸੈਕਿੰਡ ਰੈਂਕ ਅਵਾਰਡ ਆ ਇਹ, ਉਹ ਵੀ ਉਹਨੂੰ ਮਿਲਿਆ ਹੋਇਆ ਵਾ। ਹਿਸ ਸ਼ੋਰਟ ਸਟੋਰੀ ਰਾਈਟਿੰਗ ਸਟਾਈਲ ਹੈਜ਼ ਬੀਨ ਕੰਪੇਅਰ ਟੂ ਗਾਈਡ ਮਾਊ ਪਾਸਨ, ਕੋਈ ਹੋਰ ਹੋਊਗਾ ਲਿਟਰੇਚਰ, ਉਹਦੇ ਨਾਲ ਕੰਪੇਅਰ ਕੀਤਾ ਗਿਆ ਹੈ। ਠੀਕ, ਹੁਣ ਇਹਦੇ ਵਿੱਚ ਆਪਾਂ ਡਿਸਕ੍ਰਾਈਬ ਕਰਨਾ ਵਾ। ਡਿਸਕ੍ਰਾਈਬ ਦਾ ਆਲ ਦਾ 32 ਸਟੋਰੀਜ਼ ਦਾ ਕੀ ਡਿਸਕ੍ਰਾਈਬ ਕਰਨੇ ਨੇ, ਬਸ ਉਹਦੇ ਬਾਰੇ ਥੋੜ੍ਹਾ ਦੱਸ। ਆਰ ਕੇ ਨਾਰਾਇਣ ਰੋਡ ਦਾ ਮਾਲਗੁਡੀ ਡੇਜ਼ ਵਿਚ ਇਜ਼ ਅ ਕਲੈਕਸ਼ਨ ਆਫ 32 ਸ਼ੋਰਟ ਸਟੋਰੀਜ਼। ਇਹਦੇ ਵਿੱਚ ਕਹਿੰਦੇ ਨੇ ਵੀ ਆਰ ਕੇ ਨਾਰਾਇਣ ਨੇ ਤੇ ਮਾਲਗੁਡੀ ਡੇਜ਼ ਲਿਖਿਆ, ਜਿਹਦੇ ਵਿੱਚ 32 ਸ਼ੋਰਟ ਸਟੋਰੀਜ਼ ਨੇ। The 32 short stories are set in the imaginary small town of Malgudi। ਹੁਣ ਕਹਿੰਦੇ ਵੀ ਆ ਜਿਹੜੀ ਸਾਰੀਆਂ ਸਟੋਰੀਜ਼ ਨੇ ਛੋਟੇ ਜਿਹੇ ਪਿੰਡ ਦੇ ਵਿੱਚ ਨੇ, ਮਾਲਗੁਡੀ ਦੇ ਵਿੱਚ। ਸਿਚੁਏਟਡ ਇਨ ਅ ਬੈਂਕ ਆਫ ਏ ਰਿਵਰ, ਜਿਹੜਾ ਕਿ ਕਿੱਥੇ ਆ, ਬੈਂਕ ਆਫ ਏ ਰਿਵਰ ਹੁੰਦਾ ਨਦੀ ਦੇ ਕਿਨਾਰੇ। ਸੋ ਯਾਰ ਸਾਊਥ ਇੰਡੀਆ ਦੇ ਵਿੱਚ ਕੋਈ ਜਗ੍ਹਾ ਹੋਗੀ ਉੱਥੇ। ਦਿਸ ਸਟੋਰੀਜ਼ ਡਿਸਕ੍ਰਾਈਬ ਅਸ ਦੈਟ ਹਾਊ ਹੀ ਥਿੰਕਸ ਅਬਾਊਟ ਦ ਟਾਊਨ ਬਿਕੋਜ਼ ਹੀ ਹੈਜ਼ ਡਿਸਕ੍ਰਾਈਬ ਦ ਮਾਲਗੁਡੀ ਟਾਊਨ ਇਨ 32 ਸ਼ੋਰਟ ਇੰਸੀਡੈਂਟ ਵਿਚ ਕਾਰ ਸ਼ੋਰਟ ਸਟੋਰੀ। ਉਹਨੂੰ ਕਹਿੰਦੇ ਵੀ ਉਹਨੇ ਦੱਸਿਆ ਵਾ ਸਾਰੇ ਟਾਊਨ ਦੇ ਬਾਰੇ, ਵਿਲੇਜ ਦੇ ਵਿੱਚ ਵੀ ਕੀ ਹੁੰਦਾ, ਕਿਹੋ ਜਿਹੇ ਲੋਕ ਹੁੰਦੇ ਨੇ ਉੱਥੇ ਦੇ। ਠੀਕ ਹੈ, ਉਹ ਸਾਰੇ 32 ਸ਼ੋਰਟ ਸਟੋਰੀ ਦੇ ਵਿੱਚ ਉਹਨੇ ਦੱਸਿਆ ਵਾ। ਇਨ ਮਾਲਗੁਡੀ ਟਾਊਨ ਦਾ ਡਿਫਰੈਂਟ ਇੰਸੀਡੈਂਟਸ ਹੈਪਨ ਐਟ ਦਾ ਡਿਫਰੈਂਟ ਪਲੇਸਿਸ। ਉਹਨੂੰ ਕਹਿੰਦੇ ਵੀ ਅਲੱਗ-ਅਲੱਗ ਜਗ੍ਹਾਵਾਂ 'ਤੇ ਅਲੱਗ-ਅਲੱਗ ਚੀਜ਼ਾਂ ਹੁੰਦੀਆਂ ਨੇ। ਵਿਚ ਸ਼ੋ ਅਸ ਦਾ ਕੰਪਲੀਟ ਪਿਕਚਰ ਆਫ ਦਾ ਪਲੇ ਮਾਲਗੁਡੀ ਡੇਜ਼। ਹੁਣ ਜਿਹੜਾ ਕਿ ਆਪਾਂ ਨੂੰ ਪੂਰੀ ਉਹ ਦਿਖਾਉਂਦਾ ਵਾ ਮਾਲਗੁਡੀ ਡੇਜ਼ ਦੀ ਪਿਕਚਰ। ਮਾਲਗੁਡੀ ਡੇਜ਼ ਇਜ਼ ਐਨ ਐਕਸਟ੍ਰੀਮਲੀ ਗੁੱਡ ਕਲੈਕਸ਼ਨ ਆਫ ਸ਼ੋਰਟ ਸਟੋਰੀਜ਼। ਬਹੁਤ ਹੀ ਵਧੀਆ ਕਲੈਕਸ਼ਨ ਹੈ ਇਹ ਸ਼ੋਰਟ ਸਟੋਰੀਜ਼ ਸੀ ਅਬਾਊਟ ਦਾ ਲਾਈਫ ਆਫ ਏ ਪੀਪਲ ਲਿਵਿੰਗ ਇਨ ਇੰਡੀਆ। ਹੁਣ ਜੇ ਤੁਹਾਨੂੰ ਚਾਂਸ ਮਿਲੇ ਤਾਂ ਕਦੇ YouTube ਜਾਂ ਕਿਤੇ ਦੇਖ ਲਿਓ, ਬੜਾ ਵਧੀਆ ਸਟੋਰੀਆਂ ਦੇ ਵਿੱਚ ਡਿਸਕ੍ਰਾਈਬ ਕੀਤਾ ਹੋਇਆ ਵਾ ਮਾਲਗੁਡੀ ਡੇਜ਼ ਦੇ ਵਿੱਚ। ਮਾਲਗੁਡੀ ਇਜ਼ ਦਾ ਪਲੇਸ ਵੇਅਰ ਆਲ ਦਾ ਕਰੈਕਟਰ ਵਾਸ ਲਿਵਿੰਗ ਦੇਅਰ ਲਾਈਫ ਇਨ ਅ ਫਰੈਂਡਲੀ ਮੈਨਰ। ਹੁਣ ਉਹ ਕਹਿੰਦੇ ਮਾਲਗੁਡੀ ਜਿਹੜੀ ਇਹੋ ਜਿਹੀ ਜਗ੍ਹਾ ਵਾ ਜਿੱਥੇ ਸਾਰੇ ਕਿ ਲੋਕ ਬੜੀ ਖੁਸ਼ੀ ਦੇ ਨਾਲ ਰਹਿ ਰਹੇ ਨੇ। ਠੀਕ ਹੈ, ਨੈਕਸਟ ਕੁਐਸਚਨ ਕੀ ਆ, ਥੀਮ। ਇਹ ਯਾਦ ਰੱਖਿਓ, ਇਹ ਕੁਐਸਚਨ ਮੇਨ ਹੁੰਦਾ ਵਾ, ਜਿਹੜਾ ਮਰਜ਼ੀ ਕੁਐਸਚਨ ਆ ਜਾਵੇ ਇਹ ਤਾਂ ਪੂਰਾ ਬੰਨਾ ਹੀ ਬੰਨਾ। ਠੀਕ ਹੈ, ਮਾਲਗੁਡੀ ਡੇਜ਼ ਇਜ਼ ਅ ਕਲੈਕਸ਼ਨ ਆਫ 32 ਸ਼ੋਰਟ ਸਟੋਰੀਜ਼ ਟੇਕਨ ਫਰੋਮ ਦਾ 2 ਕਲੈਕਸ਼ਨ ਆਫ ਇਜ਼ ਐਨ ਐਸਟਰੋਲੋਜਰ ਡੇਜ਼ 8 ਸਟੋਰੀਜ਼ ਐਂਡ ਲੀਲੀ ਰੋਡ। ਹੁਣ ਉਹ ਕਹਿੰਦੇ ਵੀ 32 ਸ਼ੋਰਟ ਸਟੋਰੀਜ਼ ਦਾ ਇਹ ਕਲੈਕਸ਼ਨ ਆ ਅਤੇ 2 ਪਾਸੇ ਚੱਕਿਆ ਗਿਆ ਵਾ। ਇੱਕ ਐਨ ਐਸਟਰੋਲੋਜਰ ਡੇਜ਼, ਐਸਟਰੋਲੋਜਰ ਹੁੰਦੇ ਨੇ ਉਹ ਬਾਬੇ ਜੇ ਜਿਹੜੇ ਹੱਥ ਉੱਤੇ ਦੇਖਦੇ ਹੁੰਦੇ ਨੇ, ਅਤੇ ਲੈਲੇ ਰੋਡ। ਠੀਕ ਹੈ, ਲੈਲੇ ਰੋਡ ਵੀ ਕੁਛ ਹੋਊਗਾ। ਐਂਡ 8 ਨਿਊ ਸਟੋਰੀਜ਼, 16 8 8 32 ਹੋ ਗਿਆ। ਇਹਨਾਂ ਸਾਰੇ ਸਟੋਰੀਜ਼ ਨੂੰ ਬਣਾ ਕੇ ਚੱਕੀ ਗਿਆ। ਈਚ ਚੈਪਟਰ ਪੋਰਟਰੇਟਸ ਆ ਆਥਰ ਐਜ਼ ਅ ਡਿਫਰੈਂਟ ਪਰਸਨ ਇਨ ਅ ਡਿਫਰੈਂਟ ਪ੍ਰੋਫੈਸ਼ਨ। ਉਹਨੂੰ ਕਹਿੰਦੇ ਵੀ ਹਰੇਕ ਦੇ ਵਿੱਚ ਨਾ ਜਿਹੜਾ ਆਥਰ ਆ ਲਿਖਣ ਵਾਲਾ ਵਾ ਉਹਦਾ ਪ੍ਰੋਫੈਸ਼ਨ ਡਿਫਰੈਂਟ ਆ। ਫੋਰ ਐਗਜ਼ਾਮਪਲ ਨਾਰਾਇਣ ਟੇਕਸ, ਆਰ ਕੇ ਨਾਰਾਇਣ ਜਿਹਨੇ ਲਿਖੀ ਆ, ਟੇਕਸ ਆ ਰੋਲ ਆਫ ਐਨ ਐਸਟਰੋਲੋਜਰ। ਕਦੇ ਉਹ ਸੰਤ ਮਹਾਤਮਾ ਬਣ ਜਾਂਦਾ ਜਿਹੜੇ ਹੱਥ ਉੱਤੇ ਦੇਖਦੇ ਨੇ। ਅ ਪੋਸਟਮੈਨ, ਅ ਡਾਕਟਰ, ਅ ਬਲਾਈਂਡ ਬੈਗਰ ਹੁੰਦਾ ਜਿਹੜੇ ਆ ਭੀਖ ਮੰਗਦੇ ਨੇ। ਅ ਬ੍ਰਾਹਮਿਨ ਪੰਡਤ ਐਂਡ ਅ ਮੈਨ ਹੂ ਫੇਸਿਸ ਡਾਊਨ ਅ ਮੈਨ ਈਟਿੰਗ ਟਾਈਗਰ। ਠੀਕ ਆ, ਹੁਣ ਉਹ ਇੱਕ ਉਹ ਵੀ ਬੰਦਾ ਜਿਹੜਾ ਕਿ ਟਾਈਗਰ ਨੂੰ ਫੇਸ ਕਰਦਾ ਵਾ, ਜਿਹੜਾ ਕਿ ਬੰਦੇ ਵੀ ਖਾ ਜਾਂਦਾ। ਅ ਮੈਨ ਹੂ ਕ੍ਰੀਏਟਸ ਐਨ ਇਮੇਜ ਆਫ ਏ ਗੋਡ, ਜਿਹੜਾ ਕਿ ਭਗਵਾਨ ਦੀਆਂ ਬਣਾਉਂਦਾ ਮੂਰਤੀਆਂ। ਅ ਬੋਏ ਹੂ ਡਜ਼ ਨਾਟ ਵਾਂਟ ਟੂ ਗੋ ਟੂ ਸਕੂਲ, ਅਤੇ ਉਹ ਵੀ ਮੁੰਡਾ ਜਿਹੜਾ ਕਿ ਸਕੂਲ ਦੇ ਵਿੱਚ ਨਹੀਂ ਜਾਣਾ ਚਾਹੁੰਦਾ। ਸੁਆਮੀ ਦਾ ਸਟੋਰੀਜ਼ ਕੈਰੀ ਦਾ ਸੈਂਟਰਡ ਸਾਊਂਡਸ ਆਫ ਦਿਸ ਵਿਲੇਜਿਸ। ਆ ਸਾਰੀ ਸਟੋਰੀਜ਼ ਦੇ ਵਿੱਚ ਵਿਲੇਜਿਸ ਬਾਰੇ ਦੱਸਿਆ ਗਿਆ ਵਾ। ਐਂਡ ਯੂ ਇੰਸਟੈਂਟਲੀ ਬਲੈਂਡ ਇਨ ਟੂ ਦਾ ਸਿਚੁਏਸ਼ਨ ਇਨ ਦਾ ਸਟੋਰੀ। ਹੁਣ ਕਹਿੰਦੇ ਜਿਵੇਂ ਵੀ ਆਪਾਂ ਸਟੋਰੀਜ਼ ਨੂੰ ਪੜ੍ਹਾਂਗੇ ਨਾ, ਆਪਾਂ ਲੱਗਾਂਗੇ ਵੀ ਆਪਾਂ ਸਿਚੁਏਸ਼ਨ ਦੇ ਵਿੱਚ ਰਿਐਲਿਟੀ ਦੇ ਵਿੱਚ ਪਹੁੰਚ ਗਏ ਹਾਂ। ਠੀਕ ਹੈ, ਯੂ ਵਿਲ ਫੀਲ ਐਜ਼ ਸੋ ਯੂ ਆਰ ਦਾ ਕਰੈਕਟਰ ਆਫ ਦਾ ਸਟੋਰੀ ਯੂਅਰ ਸੈਲਫ। ਉਹ ਤੁਹਾਨੂੰ ਐਂ ਲੱਗਣ ਲੱਗ ਜੂਗਾ ਵੀ ਆਪਾਂ ਜਿਹੜੇ ਸਟੋਰੀ ਦੇ ਉਹ ਕਰੈਕਟਰ ਆ। ਐਂਡ ਦਿਸ ਇਜ਼ ਦਾ ਸੀਕਰਟ ਬਿਹਾਈਂਡ ਦਾ ਸਕਸੈਸ ਆਫ ਦਾ ਇਮੈਂਸਲੀ ਪੋਪੂਲਰ ਸਟੋਰੀ। ਹੁਣ ਇਹੀ ਇਸ ਸਟੋਰੀ ਨੂੰ ਇੰਨਾ ਪੋਪੂਲਰ ਬਣਾਉਣ ਦੇ ਪਿੱਛੇ ਕਾਰਨ ਸੀਗਾ ਵੀ ਲੋਕਾਂ ਨੂੰ ਐਂ ਲੱਗਦਾ ਸੀਗਾ ਜਿਵੇਂ ਅਸੀਂ ਇਹ ਸਟੋਰੀ ਨੂੰ ਆਪ ਜੀ ਗਏ। ਈਚ ਆਫ ਦਾ ਸਟੋਰੀਜ਼ ਡਿਸਕ੍ਰਾਈਬ ਦਾ ਰਿਲੇਸ਼ਨਸ਼ਿਪ ਬਿਟਵੀਨ ਦਾ ਮੈਂਬਰਸ ਇਨ ਅ ਫੈਮਿਲੀ। ਹੁਣ ਹਰੇਕ ਸਟੋਰੀ ਦੇ ਵਿੱਚ ਇੱਕ ਫੈਮਿਲੀ ਮੈਂਬਰ ਦਾ ਰਿਲੇਸ਼ਨ ਦੱਸਿਆ ਗਿਆ ਵਾ ਆਪਣੀ ਫੈਮਿਲੀ ਦੇ ਨਾਲ। ਦਾ ਵੇਰੀਅਸ ਸੋਸ਼ਲ ਟੈਬੂਜ਼ ਪ੍ਰੀਵੈਂਟ ਐਂਡ ਦਾ ਮਿਡ-90s, ਫਿਰ ਜਿਹੜੇ ਅਲੱਗ-ਅਲੱਗ ਉੱਥੇ ਰਿਵਾਜ ਹੁੰਦੇ ਸੀਗੇ ਉਹ ਦੱਸੇ ਗਏ ਨੇ ਮਿਡ-90s ਦੇ ਵਿੱਚ। ਆਲ ਦਾ ਸਟੋਰੀਜ਼ ਵਿਲ ਸੀਮ ਫੇਟਲੀ ਸਿਮਿਲਰ ਬਟ ਦੇ ਆਰ ਵੈਸਟਲੀ ਡਿਫਰੈਂਟ ਫਰੋਮ ਈਚ ਅਦਰ। ਹੁਣ ਕਹਿੰਦੇ ਵੀ ਜਦ ਆਪਾਂ 32 ਸਟੋਰੀ ਉਹਨੂੰ ਪੜ੍ਹਾਂਗੇ ਨਾ, ਐਂ ਲੱਗਦਾ ਹੁੰਦਾ ਵੀ ਇੱਕੋ ਜਿਹੇ ਨੇ, ਬਟ ਉਹ ਬਹੁਤ ਜ਼ਿਆਦਾ ਇੱਕ ਦੂਜੇ ਤੋਂ ਡਿਫਰੈਂਸ ਨੇ। The stories deal with most ordinary men and women and that makes these stories extraordinary।
ਹੁਣ ਉਹ ਕਹਿੰਦੇ ਵੀ ਜੇ ਇੱਕ ਆਮ ਇਨਸਾਨ ਤੇ ਔਰਤ ਦੇ ਨਾਲ ਇਹ ਸਟੋਰੀਜ਼ ਫੇਸ ਕਰਦੀਆਂ ਨੇ ਤੇ ਇਹੀ ਚੀਜ਼ ਆ ਵੀ ਜਿਹੜੀ ਇਹਨਾਂ ਸਟੋਰੀਜ਼ ਨੂੰ ਐਕਸਟਰਾ ਆਰਡੀਨਰੀ ਬਹੁਤ ਹੀ ਵਧੀਆ ਬਣਾ ਦਿੰਦੀ ਆ। ਇਟ ਸਟੋਰੀ ਡੀਲਸ ਵਿਦ ਦਾ ਸਿੰਪਲ ਪੀਪਲ ਐਂਡ ਸਿੰਪਲ ਇਸ਼ੂ ਦੈਟ ਆਰ ਫੇਸਡ ਵਿਦ ਇਨ ਰੀਅਲ ਲਾਈਫ। ਹੁਣ ਉਹ ਕਹਿੰਦੇ ਵੀ ਇਹ ਸਟੋਰੀ ਦੇ ਵਿੱਚ ਖਾਸੀਅਤ ਆਹ ਵਾ ਵੀ ਜਿਹੜਾ ਆਪਾਂ ਰੀਅਲ ਲਾਈਫ ਦੇ ਵਿੱਚ ਸਿਚੁਏਸ਼ਨ ਨੂੰ ਫੇਸ ਕਰਦੇ ਆ ਇਹਦੇ ਵਿੱਚ ਵੀ ਉਹੀ ਆਪਾਂ ਫੇਸ ਕਰਦੇ, ਇਹਦੇ ਵਿੱਚ ਵੀ ਉਹੀ ਦਿਖਾਇਆ ਗਿਆ ਵਾ ਵੀ ਬੰਦੇ ਕਿਵੇਂ ਉਹ ਸਿਚੁਏਸ਼ਨ ਨੂੰ ਫੇਸ ਕਰਦੇ ਨੇ। ਦ ਸਟੋਰੀਜ਼ ਇੰਸਟੈਂਟਲੀ ਇਸਟੈਬਲਿਸ਼ ਅ ਕਨੈਕਸ਼ਨ ਬਿਟਵੀਨ ਦਾ ਰੀਡਰ ਐਂਡ ਦਾ ਕਰੈਕਟਰਸ। ਹੁਣ ਉਹ ਕਹਿੰਦੇ ਵੀ ਸਟੋਰੀ ਬਹੁਤ ਹੀ ਜਲਦੀ ਜਿਹੜਾ ਇਹਨੂੰ ਪੜ੍ਹਨ ਵਾਲਾ ਤੇ ਜਿਹੜੇ ਇਹਦੇ ਕਰੈਕਟਰਸ ਆ ਉਹਨਾਂ ਨਾਲ ਰਿਲੇਸ਼ਨ ਪੈਦਾ ਕਰ ਦਿੰਦੀ ਆ। ਸਮ ਆਫ ਦਾ ਸਟੋਰੀਜ਼ ਆ ਹਿਊਮਰਸ ਹੁੰਦਾ ਵਾ ਹਾਸੇ ਵਾਲੀਆਂ, ਕੁਝ ਕੁ ਸਟੋਰੀਜ਼ ਹਾਸੇ ਵਾਲੀਆਂ ਵੀ ਨੇ, ਵਾਈਲ ਅਦਰ ਵਿਲ ਸ਼ੇਕ ਯੂਰ ਸੋਲ ਵੀ ਕੁਝ ਕੁ ਇਹੋ ਜਿਹਾ ਨੇ ਵੀ ਜਿਹੜੇ ਤੁਹਾਡਾ ਦਿਲ ਵੀ ਉਹ ਆਤਮਾ ਨੂੰ ਅੰਦਰੋਂ 'ਚ ਹਿਲਾ ਦੇਣਗੇ। ਸੋ ਵਿਵੇਲੀ ਵਾਈਲਡਲੀ ਦੈਟ ਯੂ ਮਾਈਟ ਕਰਾਈ ਵੀ ਇੰਨੇ ਕੁ ਜ਼ਿਆਦਾ ਉਹ ਅੰਦਰੋਂ ਤੁਹਾਨੂੰ ਹਿਲਾ ਦੇਣਗੇ ਵੀ ਸ਼ਾਇਦ ਤੁਸੀਂ ਰੋ ਵੀ ਪਵੋ। ਐਨੀਵੇ ਆਈ ਕੈਨ ਡੇਅਰ ਟੂ ਸੇ ਦੈਟ ਵੰਸ ਯੂ ਰੀਡ ਦਿਸ ਸਟੋਰੀਜ਼ ਦਾ ਮੈਮਰੀਜ਼ ਵਿਲ ਲਾਸਟ ਯੂ ਫॉर योर लाइफ टाइम। ਉਹ ਕਹਿੰਦਾ ਵੀ ਮੈਨੂੰ ਇੰਨਾ ਕੁ ਤਾਂ ਯਕੀਨ ਆ ਵੀ ਜਦ ਤੁਸੀਂ ਇਹ ਸਟੋਰੀਜ਼ ਪੜ੍ਹੋਗੇ ਵੀ ਤੁਹਾਡੀ ਜਿਹੜਾ ਇਹਨਾਂ ਦੇ ਉਹ ਪੜ੍ਹਨ ਤੋਂ ਬਾਅਦ ਜਿਹੜੀ ਇਹਨਾਂ ਦੀ ਉਹ ਸਟੋਰੀਜ਼ ਯਾਦ ਰਹੂਗੀ ਉਹ ਜ਼ਿੰਦਗੀ ਭਰ ਰਹੂਗੀ। ਯੂ ਵਿਲ ਕੈਰੀ ਦੈਮ ਟੂ ਦਾ ਗ੍ਰੇਵ ਵੀ ਜਦ ਤੁਸੀਂ ਉੱਥੇ ਮਰ ਵੀ ਜਾਓਗੇ, ਜਦ ਤੱਕ ਮਰਦੇ ਨਹੀਂ ਹੈਗੇ ਤਦ ਤੱਕ ਉਹਨੂੰ ਨਾਲ ਲੈ ਕੇ ਜਾਓਗੇ। ਈਚ ਸਟੋਰੀ ਇਜ਼ ਸੋ ਫੁੱਲ ਆਫ ਹਿਊਮੈਨਿਟੀ ਐਂਡ ਵਿਲ ਇਨਵੋਲਵ ਦੈਟ ਪਾਰਟ ਆਫ ਯੂ ਵਿਚ ਯੂ ਹੈਵ ਫੋਰਗੋਟਨ ਇਨ ਦਾ ਡਿਸਪੋਰੇਬਲ ਰੈਡ ਚੇਸ ਕਾਲ ਲਾਈਫ। ਉਹ ਕਹਿੰਦੇ ਵੀ ਇਹ ਜਿਹੜੀ ਸਟੋਰੀਜ਼ ਨੇ ਆਪਾਂ ਨੂੰ ਉਹ ਜ਼ਿੰਦਗੀ ਦਿਖਾਉਣਗੀਆਂ ਜਿਹੜੇ ਕਿ ਆਪਾਂ ਚੂਹੇ ਚਾਲ ਦੇ ਵਿੱਚ ਭੁੱਲ ਚੁੱਕੇ ਆ ਜ਼ਿੰਦਗੀ ਦੇ ਵਿੱਚ। ਐਂਡ ਦਾ ਐਂਡਿੰਗਸ ਆਫ ਈਚ ਸਟੋਰੀਜ਼ ਆਰ ਆਲਸੋ ਸਪੈਸ਼ਲ ਵੀ ਜਦ ਸਟੋਰੀਜ਼ ਦਾ ਐਂਡ ਹੁੰਦਾ ਵਾ ਉਹ ਬਹੁਤ ਹੀ ਜ਼ਿਆਦਾ ਸਪੈਸ਼ਲ ਹੁੰਦੀਆਂ ਨੇ। ਉਹਨਾਂ ਮਾਰਗੋ ਡੀ ਡੇਸ ਜਾਂ ਤੁਹਾਨੂੰ 10 ਮੇਨ ਸਟੋਰੀਜ਼ ਲਿਖਤੀਆਂ, ਫਾਦਰ ਇਨ ਹੈਲਪ, ਇੰਡੀਅਨ ਟਰਬਲ, ਗੈਟਮੈਨਸ ਗਿਫਟ, ਕੋਈ ਵੀ ਤੁਹਾਨੂੰ ਦੋ ਆ ਸਕਦੀ ਆ ਵੀ ਕੋਈ 2 ਸਟੋਰੀਜ਼ ਦਾ ਨਾਮ ਲਿਖੋ ਜਾਂ 3 ਸਟੋਰੀਜ਼ ਦਾ ਨਾਮ ਲਿਖੋ ਮਾਰਗੋ ਡੀ ਡੇਸ। ਠੀਕ ਹੈ, ਹੁਣ ਇਹਦੇ ਜਿਹੜੇ ਲਾਸਟ ਵਾਲਾ ਵਾ ਇਹਦੇ ਵਿੱਚ ਜਿਹੜੇ ਛੋਟੀਆਂ ਸਟੋਰੀਆਂ ਚੱਕੀਆਂ ਸੀਗੀਆਂ ਨਾ ਉਹਦੇ ਬੇਸਿਸ ਕੁਐਸਚਨ ਆ ਚੱਲਿਆ ਆਪਣੇ ਕੋਲ। ਹੂ ਇਜ਼ ਦਾ ਆਥਰ ਆਫ ਮਾਰਗੋ ਡੀ ਡੇਸ? ਆਰ ਕੇ ਨਾਰਾਇਣ ਸੀਗਾ। ਹੂ ਇਜ਼ ਸਵਾਮੀ? ਸਵਾਮੀ ਇੱਕ ਛੋਟਾ ਬੱਚਾ ਸੀਗਾ, ਠੀਕ ਹੈ, ਜਿਹੜਾ ਮਾਲਗੁਡੀ ਵਿਲੇਜ ਦੇ ਵਿੱਚ ਰਹਿੰਦਾ ਸੀਗਾ। ਸਵਾਮੀ ਵਾਜ਼ ਅ ਸਮਾਲ ਚਾਈਲਡ ਇਨ ਮਾਲਗੁਡੀ ਲਿਵਿੰਗ ਵਿਦ ਹਿਸ ਫੈਮਿਲੀ। ਠੀਕ ਹੈ, ਸਵਾਮੀ ਜਿਹੜਾ ਸੀਗਾ ਇੱਕ ਛੋਟਾ ਜਵਾਕ ਸੀਗਾ ਜਿਹੜਾ ਕਿ ਪਿੰਡ ਦੇ ਵਿੱਚ ਆਪਣੀ ਫਾਦਰ ਤੇ ਫੈਮਿਲੀ ਤੇ ਗ੍ਰੈਂਡ ਮਦਰ ਦੇ ਨਾਲ ਰਹਿ ਰਿਹਾ ਸੀਗਾ। ਇਨ ਸ਼ੋਰਟ ਸਟੋਰੀ ਫਾਦਰ ਹੈਲਪ ਸਵਾਮੀ ਵਾਜ਼ ਸਟੱਡਿੰਗ ਇਨ ਫਸਟ ਸਟੈਂਡਰਡ। ਸਵਾਮੀ ਵਾਜ਼ ਸਟੱਡਿੰਗ ਇਨ ਸਹੀ ਲਿਖਿਆ। ਇਹ ਸ਼ੋਰਟ ਸਟੋਰੀ ਦੇ ਵਿੱਚ ਫਾਦਰ ਹੈਲਪ ਕਰਦਾ ਵਾ ਸਵਾਮੀ ਦੀ ਉਹਨੂੰ ਸਟੱਡਿੰਗ ਕਰਨ ਦੇ ਵਿੱਚ ਫਸਟ ਸਟੈਂਡਰਡ ਪਹਿਲੀ ਕਲਾਸ ਦੇ ਵਿੱਚ ਪੜ੍ਹਨ ਦੇ ਵਿੱਚ ਹੈਲਪ ਕਰਦਾ। ਟੂ ਹੋਮ ਸਵਾਮੀ ਵਾਜ਼ ਟੂ ਡਿਲੀਵਰ ਹਿਸ ਫਾਦਰ ਲੈਟਰ। ਜਿਹੜੇ ਉਹਦੇ ਪਿਤਾ ਨੇ ਉਹਨੂੰ ਹੈਡਮਾਸਟਰ ਨੂੰ ਲੈਟਰ ਲਿਖਿਆ ਸੀਗਾ ਵੀ ਤੁਹਾਡੇ ਟੀਚਰ ਕਿਵੇਂ ਪੜ੍ਹਾਣੇ ਨੇ ਬੱਚਿਆਂ ਦੇ। ਵੈਨ ਸਵਾਮੀ ਮੇਡ ਅ ਹੈਡੇਕ ਇਨ ਦਾ ਮੋਰਨਿੰਗ ਵਿਦ ਸਵਾਮੀਜ਼ ਫਾਦਰ ਰੋਟ ਅ ਸਟਰੋਂਗ ਲੈਟਰ ਟੂ ਦਾ ਹੈਡਮਾਸਟਰ। ਉਹਨੂੰ ਕਹਿੰਦੇ ਵੀ ਜਦੋਂ ਉਹਨੇ ਸਵੇਰੇ ਉਹਨੂੰ ਸਿਰ ਦਰਦ ਜਿਹਾ ਦੇਣ ਲਾਤਾ ਵੀ ਮੇਰੇ ਟੀਚਰ ਨਾਲ ਲੜਾਈ ਹੋ ਗਈ ਐਵੇਂ ਆਪਣੇ ਹਿੰਦੂ ਬਾਰੇ ਬੋਲਦੇ ਸੀਗੇ, ਮੈਂ ਜਾ ਕੇ ਸੁਣਾਇਆ ਉਹਨਾਂ ਨੂੰ। ਤਾਂ ਉਹਦੇ ਸਵਾਮੀ ਦੇ ਜਿਹੜੇ ਫਾਦਰ ਨੇ ਉਹਨਾਂ ਲੈਟਰ ਲਿਖਿਆ ਹੈਡਮਾਸਟਰ ਨੂੰ ਉਹਦਾ ਸਕੂਲ। ਐਂਡ ਦਾ ਇੰਟਰਸਟਿੰਗ ਥਿੰਗ ਇਜ਼ ਦੈਟ ਸਵਾਮੀ ਵਾਂਟ ਟੂ ਡਿਲੀਵਰ ਇਟ ਵੀ ਸਵਾਮੀ ਨੇ ਹੀ ਉਹ ਡਿਲੀਵਰ ਕਰਨਾ ਸੀਗਾ ਹੈਡਮਾਸਟਰ ਨੂੰ। ਆਫਟਰ ਦਾ ਨਾਈਟ ਮੇਅਰ ਵਿਦ ਹੋਮ ਸਵਾਮੀ ਸਟਾਰਟਡ ਸਲੀਪਿੰਗ। ਉਹਨੂੰ ਜਿਹੜਾ ਉਹ ਡਰਾਵਨਾ ਸੁਪਨਾ ਸੀਗਾ ਉਹ ਤੋਂ ਬਾਅਦ ਸਵਾਮੀ ਕਿਹਦੇ ਨਾਲ ਸੌਣ ਲੱਗ ਗਿਆ ਸੀਗਾ? ਆਪਣੇ ਗ੍ਰੈਂਡ ਮਦਰ ਦੇ ਨਾਲ। ਵਟ ਇਜ਼ ਦਾ ਨੇਮ ਆਫ ਲੀਲਾਸ ਮਦਰ? ਕਮਲਾ। LA ਆਣਾ ਉਹਨੇ ਕਮਲ ਲਿਖਿਆ ਹੋਇਆ। ਕਮਲਾ ਕੀ ਕੰਮ ਕਰਦੀ ਸੀਗੀ? ਵਰਕ ਸੁਣਾਉਣ ਦਾ ਹੋਸ ਘਰ ਦਾ ਕੰਮ ਕਰਦੀ ਹੁੰਦੀ ਸੀਗੀ ਉਹ। ਹੂ ਵਾਸ ਅਕਿਊਜ਼ਡ ਐਂਡ ਹੈਂਡਡ ਓਵਰ ਟੂ ਪੁਲਿਸ। ਹੁਣ ਕਿਹਨੂੰ ਅਕਿਊਜ਼ ਕੀਤਾ ਸੀਗਾ ਤੇ ਪੁਲਿਸ ਨੂੰ ਫੜਾਤਾ ਸੀਗਾ? ਸਿੱਧਾ ਨੂੰ। ਠੀਕ ਹੈ, ਜਿਹਨੂੰ ਐਂ ਲੱਗਦਾ ਸੀਗਾ ਵੀ ਨੈਕਲੈਸ ਮਿਸ ਹੋ ਗਿਆ ਵੀ ਇਹਨੇ ਚੁਰਾਇਆ ਹੋਣਾ ਵਾ। ਵਟ ਮੈਸੇਜ ਆਰ ਕੇ ਨਾਰਾਇਣ ਵਾਂਟਡ ਟੂ ਟ੍ਰਾਂਸਮਿਟ ਥਰੂ ਮਾਰਗੋ ਡੀ ਡੇਸ। ਉਹਨੂੰ ਕੀ ਮੈਸੇਜ ਦੇਣਾ ਚਾਹੁੰਦੇ ਸੀਗੇ? ਆਰ ਕੇ ਨਾਰਾਇਣ ਹੈਜ਼ ਐਕਸਪੈਕਟਡਲੀ ਰੋਟ ਦਿਸ ਪਲੇ ਟੂ ਗਿਵ ਅ ਕਲੀਅਰ ਮੈਸੇਜ ਦੈਟ ਦਾ ਸ਼ੋਰਟ ਇਨਸੀਡੈਂਟ ਮੇਕਸ ਅ ਟਾਊਨ ਪਰਫੈਕਟ ਔਰ ਇਨਪਰਫੈਕਟ। ਹੁਣ ਉਹਨੇ ਸਿਰਫ ਆਹ ਸ਼ੋਰਟ ਇੰਸੀਡੈਂਟ ਦੇ ਨਾਲ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਵੀ ਛੋਟੇ ਜਿਹੜੇ ਇੰਸੀਡੈਂਟ ਵੀ ਹੁੰਦੇ ਨੇ ਉਹ ਟਾਊਨ ਨੂੰ ਜਿਹੜਾ ਉਹ ਸ਼ਹਿਰ ਵਿਲੇਜ ਹੁੰਦਾ ਵਾ ਉਹਨੂੰ ਪਰਫੈਕਟ ਵੀ ਬਣਾ ਦਿੰਦੇ ਨੇ ਤੇ ਇਨਪਰਫੈਕਟ ਵੀ ਬਣਾਉਂਦੇ ਨੇ। ਇਨ ਦਿਸ ਸਟੋਰੀ ਇਫ ਵੀ ਪਲੇ ਅ ਪੋਜ਼ਿਟਿਵ ਰੋਲ ਦੈਨ ਵੀ ਕੈਨ ਚੇਂਜ ਆਵਰ ਟਾਊਨ। ਹੁਣ ਉਹ ਕਹਿੰਦੇ ਵੀ ਜੇ ਇਹਦੇ ਵਿੱਚ ਆਪਾਂ ਕੋਈ ਪੋਜ਼ਿਟਿਵ ਰੋਲ ਪਲੇ ਕਰਾਂਗੇ ਤਾਂ ਆਪਾਂ ਟਾਊਨ ਨੂੰ ਚੇਂਜ ਕਰ ਦਾਂਗੇ। देयर विल बी नो नीड टू एक्सप्रेस अवर टाउन इन इमेजिनेशन। भी ये हुण फिर ये अपने इमेजिनेशन च नहीं रहूगा, ये रियलिटी दे विच आ जाऊगा। दैट्स द एंड ऑफ द स्टोरी।